BTV देख रहे सारे ही दर्शकों ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਅ ਵੈਰੀ ਗੁੱਡ ਮਾਰਨਿੰਗ ਜੀ। 8 ਵੱਜ ਚੁੱਕੇ ਨੇ। ਬ੍ਰਾਈਟਵੇਜ਼ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। दिन है अज मंगलवार और अगस्त की पहली तरीक है जी। सो 8 बजे खबरां दी जिहड़ी डिस्कशन असी करनी है और रोज़ दी ही तरह असी तुहाडे सामने हाज़र हाँ जी। और मेरे नाल बड़े ही खास साडे जिहड़े होस्ट ने सीनियर पत्रकार सुरीतम सिंह राय साहब, पहला तुहाडा बहुत बहुत स्वागत है जी। गुड मॉर्निंग। सत श्री अकाल शमी जी, धन्यवाद। अज ठंडी कॉफी पियाउण दा देखो कॉफी ਅਸੀਂ ਪਿਲਾਉਂਦੇ ਆ, ਹੁਣ ਤੁਸੀਂ ਕਹਿੰਦੇ ਮੈਂ ਵਾਪਸ ਗਰਮ ਨਹੀਂ ਕਰਦਾ ਹਨਾ, ਫਿਰ ਕਹਿੰਦੇ ਮੈਂ ਨਹੀਂ ਕਰਦਾ ਜੀ ਮਾਈਕ੍ਰੋਵੇਵ 'ਚ। ਉਹ ਗੱਲ ਵੀ ਵੈਸੇ ਠੀਕ ਹੈ, ਉਹ ਟੇਸਟ ਜਿਹਾ ਖਰਾਬ ਹੋ ਜਾਂਦਾ। ਬਿਲਕੁਲ। ਸੋ ਵੈਸੇ ਕੋਲਡ ਕਾਫੀ ਦਾ ਵੀ ਜ਼ਮਾਨਾ ਭਾਜੀ, ਅੱਜ ਕੱਲ ਗਰਮੀ ਬਹੁਤ ਹੈ। ਫਿਰ ਬਰਫ਼ ਪਾ ਦੇਣੀ ਸੀ, ਉਹ ਪਾ ਦਾਂਗੇ ਕੱਲ ਤੋਂ। ਲੋਕ ਤਾਂ ਐਕਸਟਰਾ ਪੇ ਕਰਕੇ ਕੋਲਡ ਕਾਫੀ ਪੀਂਦੇ, ਤੁਹਾਨੂੰ ਅਸੀਂ ਵੈਸੇ ਹੀ ਪਿਲਾਤੀ ਕੋਸੀ ਕਾਫੀ। ਚਲੋ ਦੇਖੋ, ਕਾਫੀ ਪਿਆਈ ਹੈ, ਧੰਨਵਾਦ, ਪਰ ਲਾਂਬਾ ਵੀ ਦੇਣਾ ਚਾਹੀਦਾ। ਹਾਂ ਹਾਂ, ਉਹੀ ਕਹਿੰਦੇ ਕੋਸੀ, ਨਾ ਕੋਲਡ ਨਾ ਹੌਟ ਹੈ, ਕੋਸੀ ਕਾਫੀ। ਚਲੋ ਕੋਸੀ ਕਾਫੀ ਦੇ ਨਾਲ ਸ਼ੁਰੂਆਤ ਕੀਤੀ ਅੱਜ ਅਸੀਂ ਆਪਣੇ ਦਿਨ ਦੀ। ਸੋ ਕਹਿੰਦੇ ਨੇ ਟਿਊਜ਼ਡੇ ਯਾਨੀ ਕਿ ਮੰਗਲਵਾਰ, ਮੰਗਲਮय ਜਿਹੜਾ ਹੈ ਦਿਨ ਸਾਰੇ ਦੀ ਸ਼ੁਰੂਆਤ ਹੋਵੇ। ਔਰ ਅੱਜ ਮੰਗਲਵਾਰ ਵਾਲੇ ਦਿਨ ਤੁਹਾਡੀ ਜਿਹੜੀ ਲਾਲ ਡਾਇਰੀ ਦੇ ਵਿੱਚ ਜਿਹੜਾ ਥਾਟ ਹੈ, ਮੋਟੀਵੇਸ਼ਨਲ ਮੰਗਲਵਾਰ ਦਾ ਥਾਟ, ਉਹ ਕੀ ਹੈ ਜੀ? ਉਹ ਸ਼ਵੀ ਜੀ ਕਹਿੰਦੀ ਆ, ਲਾਲ ਡਾਇਰੀ ਕਹਿੰਦੀ ਆ, ਕਿਸੇ ਨੇ ਨਹੀਂ ਦੇਣਾ ਸਾਥ। ਅੱਛਾ, ਕਿਸੇ ਨੇ ਸਾਥ ਨਹੀਂ ਦੇਣਾ, ਤੁਸੀਂ ਜੋ ਕੁਝ ਕਰਨਾ ਆਪੇ ਕਰਨਾ ਪੈਣਾ। ਬਿਲਕੁਲ। ਕਿਸੇ ਨੇ ਨਹੀਂ ਦੇਣਾ ਸਾਥ। ਇੱਥੇ ਲੜਨਾ ਵੀ ਖੁਦ ਨੂੰ ਪੈਣਾ। ਜੇ ਕਿਤੇ ਲੜਾਈ ਕਰਨੀ ਹੈ ਜਾਂ ਕੋਈ ਕਿਤੇ ਆਪਦੇ ਜਿਹੜੇ ਤੁਹਾਡੇ ਰਾਈਟਸ ਆ, ਸਟਰਗਲ ਆ, ਉਹ ਵੀ ਆਪ ਹੀ ਕਰਨੀ ਪੈਣੀ ਆ। ਤੇ ਉਦੋਂ ਬਾਅਦ ਸੰਭਾਲਣਾ ਵੀ ਆਪ ਨੂੰ ਪੈਣਾ, ਆਪਦੇ ਆਪ ਨੂੰ। ਵਾਹ, ਬਿਲਕੁਲ ਸਹੀ ਗੱਲ ਹੈ ਜੀ। ਕਿਸੇ ਨੇ ਨਹੀਂ ਦੇਣਾ ਸਾਥ, ਹੈ ਨਾ। ਇਹ ਵੈਸੇ ਕਈ ਵਾਰ ਸਹੀ ਵੀ ਲੱਗਦਾ, ਕਈ ਵਾਰ ਬੜਾ ਗਲਤ ਜਿਹਾ ਵੀ ਲੱਗਦਾ, ਪਰ ਇਹ ਬਿਲਕੁਲ ਮੋਟੀਵੇਟਿੰਗ ਹੈਗਾ ਜੀ। ਕਿਉਂਕਿ ਜੇ ਅਸੀਂ ਸੋਚ ਕੇ ਚੱਲਾਂਗੇ ਕਿ ਕਿਸੇ ਨੇ ਸਾਥ ਨਹੀਂ ਦੇਣਾ, ਇਕੱਲੇ ਹੀ ਚੱਲਣਾ ਪੈਣਾ, ਤੇ ਮੈਨੂੰ ਲੱਗਦਾ ਸ਼ੁਰੂ ਤੁਹਾਨੂੰ ਜੋ ਵੀ ਕਰਨਾ ਹੈ ਨਾ, ਉਹ ਤਾਂ ਤੁਹਾਨੂੰ ਆਪ ਹੀ ਕਰਨਾ ਪੈਣਾ। ਉਸ ਤੋਂ ਬਾਅਦ ਸਾਥ ਮਿਲ ਜੇ ਉਹ ਵੱਖਰੀ ਗੱਲ ਹੈ। ਜੀ ਜੀ ਜੀ। ਪਰ ਜਦੋਂ ਤੁਸੀਂ ਦੇਖੋ ਜੋ ਵੀ ਕਰਦੇ ਆ, ਉਹ ਕਰਨਾ ਤੁਹਾਨੂੰ ਆਪ ਨੂੰ ਹੀ ਪੈਣਾ। ਬਿਲਕੁਲ ਬਿਲਕੁਲ ਬਿਲकुल। ਸੋ ਜਿਵੇਂ ਰਾਏ ਸਾਹਿਬ ਨੇ ਕਿਹਾ ਕਿ ਕਰਨਾ ਤੁਹਾਨੂੰ ਆਪ ਹੀ ਪੈਣਾ, ਔਰ ਆਪ ਹੀ ਤੁਸੀਂ ਸੋਚ ਸਮਝ ਕੇ ਫੈਸਲੇ ਲੈਣੇ ਨੇ। ਉਹੀ ਗੱਲ ਆ ਜਾਂਦੀ ਹੈ, ਸੁਣੋ ਸਭ ਦੀ, ਕਰੋ ਆਪਣੀ, ਤੇ ਕਿਸੇ ਦਾ ਸਾਥ ਤੇ ਡਿਪੈਂਡ ਨਾ ਕਰੋ, ਤੇ ਜੋ ਆਪ ਕਰਨਾ ਤੁਸੀਂ ਆਪ ਕੰਮ ਕਰ ਸਕਦੇ ਹੋ। ਪਰ ਭਾਜੀ ਜਿਹੜੀ ਸਾਡੀ ਅੱਜ ਪਹਿਲੀ ਖਬਰ ਹੈ ਨਾ, ਉਹ ਸਾਥ ਦੇ ਨਾਲ ਬਹੁਤ ਜ਼ਿਆਦਾ ਰਿਲੇਟ ਕਰਦੀ ਤੁਹਾਡੇ ਥਾਟ ਦੇ ਨਾਲ। ਕਿਉਂਕਿ ਕੋਵਿਡ ਦੇ ਟਾਈਮ ਦੇ ਵਿੱਚ ਕੈਨੇਡੀਅਨ ਸਰਕਾਰ ਨੇ ਸਾਥ ਦਿੱਤਾ ਜੀ। ਜਿਹੜੇ ਸਮਾਲ ਬਿਜ਼ਨਸ ਓਨਰਸ ਨੇ, ਜਾਂ ਬਿਜ਼ਨਸ ਓਨਰਸ ਦੀ ਗੱਲ ਕਰੀਏ, ਤੇ ਅਪ ਟੂ $60,000 ਤੱਕ ਦਾ ਜਿਹੜਾ ਉਹਨਾਂ ਨੇ CEBA ਪੇਮੈਂਟ ਜਿਹੜੀਆਂ ਉਹ ਦਿੱਤੀਆਂ ਸੀ। ਔਰ ਹੁਣ ਸਮਾਲ ਬਿਜ਼ਨਸਿਸ ਵੱਲੋਂ ਇੱਕ ਰਿਕੁਐਸਟ ਕੀਤੀ ਗਈ ਹੈ, ਜਾਂ ਫਿਰ ਇੱਕ ਗੱਲਬਾਤ ਕੀਤੀ ਜਾ ਰਹੀ ਹੈ ਕਿ ਉਹ ਫੈਡਰਲ ਸਰਕਾਰ ਤੋਂ ਰਿਕੁਐਸਟ ਕਰ ਰਹੇ ਨੇ ਕਿ ਇਸ ਨੂੰ ਥੋੜਾ ਜਿਹਾ ਹੋਰ ਅੱਗੇ ਪੋਸਟਪੋਨ ਕੀਤਾ ਜਾਵੇ। ਜਿਹੜੀ ਰੀਪੇਮੈਂਟ ਦੀ ਜਿਹੜੀ ਤਰੀਕ ਆ ਰਹੀ ਹੈ, ਉਹ 31 ਦਸੰਬਰ ਤੱਕ ਦੀ ਤਰੀਕ ਹੈ ਜੀ ਇਸ ਸਾਲ ਦੀ। ਪਰ ਉਹ ਕਹਿੰਦੇ ਕਿ ਇਹਨੂੰ ਵਧਾ ਦਿਓ, ਜਾਂ ਫਿਰ ਕਿਉਂਕਿ ਸਮਾਲ ਬਿਜ਼ਨਸ ਜਿਹੜੇ ਨੇ ਉਹ ਕਈ ਤਾਂ ਬੰਦ ਹੋਣ ਦੇ ਕਗਾਰ ਤੇ ਨੇ, ਉਹ ਕਹਿੰਦੇ ਨੇ ਸਾਡੀ ਮਦਦ ਕਰੋ ਜੀ। ਪਰ ਇੱਕ ਗੱਲ ਸ਼ਵੀ ਜੀ ਸਮਝ ਨਹੀਂ ਆਉਂਦੀ, ਜੇ ਆਪਾਂ ਗੱਲ ਕਰਦੇ ਆ ਪ੍ਰਾਈਸਾਂ ਦੀ, ਹਰੇਕ ਪਾਸਿਓਂ ਹਰ ਤਰ੍ਹਾਂ ਦੀਆਂ ਪ੍ਰਾਈਸਾਂ ਦੀ ਜੀ, ਜੇ ਆਪਾਂ ਗੱਲ ਕਰਦੇ ਆ ਕੋਈ ਕੰਮ ਕਰਾਉਣ ਦੀ, ਉੱਥੇ ਹਰੇਕ ਕੰਮ 'ਚ ਜੋ ਵੀ ਤੁਸੀਂ ਕਰਾਉਣਾ ਤੁਹਾਨੂੰ ਵੇਟ ਕਰਨੀ ਪੈਂਦੀ ਹੈ, ਹਫ਼ਤਾ, 10 ਦਿਨ, 15 ਦਿਨ, ਮਹੀਨਾ। ਬਿਲਕੁਲ। ਜੇ ਤੁਸੀਂ ਕਿਸੇ ਵੀ ਰੈਸਟੋਰੈਂਟ ਚਲੇ ਜਾਓ ਜੀ, ਉਹ ਬਿਜ਼ੀ ਹੈ। ਪਰ ਜਦੋਂ ਪੈਸੇ ਦੇਣ ਦੀ ਆਹ ਗੱਲ ਆ, ਜਿਹੜੀ ਫੈਡਰਲ ਦੀ ਆਪਾਂ ਗੱਲ ਕਰਦੇ ਆ, ਉੱਥੇ 1 ਸਾਲ ਹੋਰ ਮੰਗਦੇ ਆ ਵੀ 1 ਸਾਲ ਹੋਰ ਵਧਾਓ ਜੀ। ਇੱਕ ਤੋਂ ਵੀ ਜ਼ਿਆਦਾ ਮੰਗਦੇ ਨੇ ਜੀ ਹੁਣ ਤਾਂ। ਜੀ 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 ਜੀ। ਸੋ ਇਹ ਜਿਹੜਾ ਲੋਨ ਦਿੱਤਾ ਸੀ, ਔਰ ਕਿੰਨੇ ਹੀ ਮੈਂ ਕਹਿੰਦਾ ਕਿ ਕੰਪਨੀਆਂ ਹੋਣਗੀਆਂ ਕੈਨੇਡਾ ਦੇ ਵਿੱਚ, ਤੁਸੀਂ ਹਿਸਾਬ ਲਾ ਲਓ। ਸਮਾਲ ਬਿਜ਼ਨਸ ਦੀ ਜੇ ਅਸੀਂ ਗੱਲ ਕਰੀਏ, ਭਾਵੇਂ ਇੱਕ ਕਲੀਨਿੰਗ ਕੰਪਨੀ ਹੋਵੇ, ਭਾਵੇਂ ਇੱਕ ਮੀਡੀਆ ਕੰਪਨੀ ਹੋਵੇ, ਰੈਸਟੋਰੈਂਟ ਹੋਵੇ, ਕੋਈ ਵੀ, ਹਨਾ, ਕੋਈ ਵੀ ਸਲੂਨਸ ਹੋਣ, ਉਹ ਵਾਕਈ ਉਸ ਟਾਈਮ ਬਹੁਤ ਔਖੇ ਕੰਡੀਸ਼ਨ ਦੇ ਵਿੱਚ ਸੀਗੇ। ਨਹੀਂ, ਉਹ ਬਿਲਕੁਲ ਸਹੀ ਗੱਲ ਹੈ, ਸੀਗੇ ਜੀ।
ਪਰ ਉਦੋਂ ਬਾਅਦ ਦੇਖੋ ਹੁਣ ਜੇ ਆਪਾਂ ਪਿਛਲੇ ਸਾਲ ਦੀ ਕੋਈ ਗੱਲ ਕਰੀਏ ਜੀ, ਤਾਂ ਪਿਛਲੇ ਸਾਲ ਦੇ ਵਿੱਚ ਜੇ ਆਪਾਂ ਦੇਖਦੇ ਇੱਕ ਤਾਂ ਬਿਜ਼ਨਸ ਜਿਹੜੇ ਨਵੇਂ ਖੁੱਲ ਰਹੇ ਆ ਜੀ, ਉਹ ਤਾਂ ਚੱਲਦੇ ਆ ਜੀ, ਜਿਹੜੇ ਪੁਰਾਣੇ ਜਿਨ੍ਹਾਂ ਨੇ ਪੈਸੇ ਲਏ ਆ ਜੀ, ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਜੀ, ਪੈਸੇ ਵਾਪਸ ਦੇਣ ਦੀ। ਹੁਣ ਜਿਹੜਾ ਇਹ ਪ੍ਰੋਗਰਾਮ ਸੀਗਾ 31 ਦਸੰਬਰ 2023 ਤੱਕ ਜੇ ਤੁਸੀਂ ਪੇਮੈਂਟ ਕਰ ਦਿੰਨੇ ਆ ਜੀ, ਜਿਹੜੀ ਉਹ ਛੋੜ ਵੀ ਆ ਉਹ ਕਰਕੇ ਤਾਂ ਕੋਈ ਪ੍ਰੋਬਲਮ ਨਹੀਂ। ਜੇ ਉਦੋਂ ਤੁਸੀਂ ਲੰਘ ਜਾਂਦੇ ਆ ਫੇਰ ਤੁਹਾਨੂੰ ਪੂਰੇ ਜਿਹੜਾ ਉਹ 10,000 ਇੱਕ ਛੱਡਣ ਵਾਲਾ ਵੀ ਸੀ ਨਾ 20,000 ਛੱਡਤਾ ਜੀ। ਹਾਂ 20,000 ਜੇ ਛੱਡ ਦਿੰਦੇ ਆ ਜੀ, ਜੇ 20,000 ਛੱਡ ਕੇ ਤੁਸੀਂ ਬਾਕੀ ਦੀ ਪੇਮੈਂਟ ਹੈ ਤੇ 31 ਦਸੰਬਰ ਤੱਕ ਕਰ ਦਿੰਦੇ ਠੀਕ ਹੈ। ਜੇ ਉਹ 31 ਦਸੰਬਰ ਤੱਕ ਨਹੀਂ ਹੁੰਦੀ ਫਿਰ ਪੂਰੇ ਪੈਸੇ ਪਲੱਸ 5% ਹੈ ਜੀ। ਬਿਲਕੁਲ ਬਿਲਕੁਲ ਬਿਲਕੁਲ। ਸੋ ਮੈਨੂੰ ਲੱਗਦਾ ਭਾਜੀ 5% ਵੀ ਵੈਸੇ ਦੇਖਿਆ ਜਾਵੇ ਤਾਂ ਜਾਇਜ਼ ਹੈ ਜੀ, ਕਿ ਅੱਜ ਕੱਲ ਦੇ ਜੇ ਅਸੀਂ ਇਕੱਲਾ ਇੰਟਰਸਟ ਰੇਟ ਦੇਖ ਲਈਏ ਉਹਦੇ ਹਿਸਾਬ ਨਾਲ ਵੀ ਠੀਕ ਹੈ। ਤਾਂ ਮੈਨੂੰ ਲੱਗਦਾ ਕਿ ਹੁਣ ਸਰਕਾਰਾਂ ਨੂੰ ਵਾਕਈ ਹੀ ਪੈਸੇ ਦੀ ਲੋੜ ਨਹੀਂ ਹੁੰਦੀ ਜੀ। ਇਹ ਤਾਂ ਜੀ ਇੱਕ ਲੋਨ ਸੀਗਾ, ਇਹ ਕੋਈ ਗ੍ਰਾਂਟ ਨਹੀਂ ਸੀਗੀ। ਇਹ ਲੋਕ ਕਈ ਨੇ ਜੀ, ਸਾਨੂੰ ਵੀ ਇਨਕੁਆਇਰੀਜ਼ ਜਦੋਂ ਆਉਂਦੀਆਂ ਨੇ ਉਹ ਸਾਨੂੰ ਪੁੱਛਦੇ ਨੇ ਸਾਨੂੰ ਤਾਂ ਜੀ ਇਹ ਗ੍ਰਾਂਟ ਮਿਲੀ ਸੀਗੀ ਸਰਕਾਰ ਤੋਂ, ਅਸੀਂ ਕਹਿੰਦੇ ਗ੍ਰਾਂਟ ਨਹੀਂ ਮਿਲੀ ਸੀ, ਇਹ ਲੋਨ ਸੀਗਾ ਜੀ। ਇਹ ਲੋਨ ਸੀਗਾ ਜਿਹੜੇ ਸਮਾਲ ਬਿਜ਼ਨਸ ਹੈ ਨਾ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਜੀ। ਨਾਲ ਦੀ ਨਾਲ ਲੋਨ ਸੀ ਤੇ ਨਾਲੇ ਉਹਦੇ ਵਿੱਚੋਂ ਜਿਹੜਾ ਇੱਕ ਪੋਰਸ਼ਨ ਆ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਉਹ ਤੁਹਾਨੂੰ ਦੇਣ ਦੀ ਵਾਪਸ ਕਰਨ ਦੀ ਲੋੜ ਨਹੀਂ ਜੀ। ਜਿਹੜਾ 30,000 ਦੇ ਮਗਰ 10,000 ਸੀਗਾ ਜੀ 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 ਰਾਈਟ, ਉਹਦੀ ਜ਼ਰੂਰਤ ਨਹੀਂ ਸੀ। ਪਰ ਜੇ ਤੁਸੀਂ ਉਹ ਦਿੰਦੇ ਨਹੀਂਗੇ ਤੇ ਜੇ ਗਵਰਨਮੈਂਟ ਇਹ ਅੱਗੇ ਇਹਨੂੰ ਐਕਸਟੈਂਡ ਨਹੀਂ ਕਰਦੀ ਤਾਂ ਫਿਰ ਜਿਹੜੀ 31 ਦਸੰਬਰ 2023 ਦੀ ਡੈਡਲਾਈਨ ਹੈ ਉਦੋਂ ਤੱਕ ਜੇ ਪੇਮੈਂਟ ਨਹੀਂ ਹੁੰਦੀ ਤਾਂ ਫਿਰ ਉਹ ਪੂਰਾ ਦੇਣਾ ਪਊਗਾ। ਜੀ ਜੀ, ਪਲੱਸ ਪੈਨਲਟੀ। CEBA ਦਾ ਜਿਹੜਾ ਲੋਨ ਹੈ ਉਸ ਦੇ ਵਿੱਚੋਂ 20,000 ਤੱਕ ਤੁਹਾਨੂੰ ਮਾਫ ਹੋ ਸਕਦਾ ਜੇ ਤੁਸੀਂ 31 ਦਸੰਬਰ 2023 ਤੱਕ ਦੇ ਦਿਓ, ਨਹੀਂ ਤਾਂ ਫੁੱਲ ਅਮਾਉਂਟ ਤੇ ਤੁਹਾਨੂੰ 5% ਲੱਗ ਜਾਵੇਗਾ, ਯਾਨੀ ਕਿ 20,000 ਦਾ ਤੁਹਾਨੂੰ ਹੋਰ ਰਿਬੇਟ ਜਿਹੜਾ ਉਹ ਮਿਲ ਸਕਦਾ। ਔਰ ਬਹੁਤ ਲੋਕਾਂ ਦੀ ਸ਼ਿਕਾਇਤ ਹੈ ਜੀ ਕਿ ਉਹਨਾਂ ਦੇ ਜਿਹੜੇ ਸਮਾਲ ਬਿਜ਼ਨੈਸਸ ਨੇ ਉਸ ਟਾਈਮ ਤੇ ਸਟਰਗਲ ਕਰ ਹੀ ਰਹੇ ਸਨ, ਪਰ ਹੁਣ ਬੰਦ ਹੋਣ ਦੇ ਕਗਾਰ 'ਚ ਨੇ। ਯਾਨੀ ਕਿ 250 ਤੋਂ ਜ਼ਿਆਦਾ ਜਿਹੜੇ ਬਿਜ਼ਨਸ ਗਰੁੱਪ ਨੇ ਉਹਨਾਂ ਨੇ ਇਹ ਕਿਹਾ ਜੀ ਜਿਹੜਾ ਕਿ ਉਹਨਾਂ ਦੇ ਜਿਹੜੇ 250 ਨੇ ਜੀ 2,50,000 ਬਿਜ਼ਨਸ ਨੇ ਕਿਹਾ ਹੈ ਕਿ ਉਹ ਸ਼ਾਇਦ ਬੰਦ ਹੋ ਜਾਣਗੇ ਜੇ ਐਕਸਟੈਂਸ਼ਨ ਨਾ ਉਹਨਾਂ ਨੂੰ ਮਿਲੇ। ਸੋ 2.5 ਲੱਖ ਬਿਜ਼ਨੈਸਸ ਦਾ ਬੰਦ ਹੋਣਾ ਜਸਟ ਬਿਕੋਜ਼ ਕਹਿੰਦੇ ਨੇ ਕਿ ਸਾਨੂੰ ਜੇ ਵਾਪਸ ਕਰਨਾ ਪੈ ਜਾਵੇ ਤਾਂ ਅਸੀਂ ਬਿਲਕੁਲ ਥੱਲੇ ਆ ਜਾਾਂਗੇ, ਸਾਨੂੰ ਹੋਰ ਮੋਹਲਤ ਜਿਹੜੀ ਹੈ ਉਹ ਦਿਓ, ਔਰ 1 ਸਾਲ ਨਹੀਂ ਸ਼ਾਇਦ 1 ਸਾਲ ਤੋਂ ਜ਼ਿਆਦਾ ਵੀ ਤੁਸੀਂ ਜੇ ਦੇ ਦੋਗੇ। ਤੇ ਉਹਨਾਂ ਨੇ ਸਰਕਾਰ ਨੂੰ ਇੱਕ ਲੈਟਰ ਵੀ ਭੇਜੀ ਹੈ ਔਰ ਇੱਕ ਜਿਹੜੀ ਰਿਕੁਐਸਟ ਵੀ ਭੇਜੀ ਹੈ ਭਾਜੀ। ਹਾਂ ਬਿਲਕੁਲ ਜੀ, ਪਰ ਇਹ ਦੇਖੋ ਆਪਾਂ ਮਤਲਬ ਵੀ ਜਿਹੜੇ ਸਾਡੇ ਭੈਣ ਭਰਾ ਬਿਜ਼ਨਸ ਓਨਰ ਆ ਜਿਨ੍ਹਾਂ ਨੇ ਇਹ ਪੈਸੇ ਲਏ ਆ ਉਹਨਾਂ ਨੂੰ ਵੀ ਸੀਰੀਅਸਲੀ ਦੇਖਣਾ ਪੈਣਾ ਵੀ ਇਹ ਜਿਹੜੀ ਪੇਮੈਂਟ ਆ ਜੀ ਵਾਪਸ ਕਰਨੀ ਹੈ ਜਾਂ ਨਹੀਂ ਕਰਨੀ, ਜਾਂ ਜਿਹੜੇ ਅਕਾਊਂਟੈਂਟ ਆ ਉਹਨਾਂ ਦੇ ਨਾਲ ਗੱਲਾਂ ਬਾਤ ਕਰੋ। ਪਰ ਜੇ ਤੁਸੀਂ ਨਹੀਂ ਕਰਦੇ, ਜੇ ਐਕਸਟੈਂਸ਼ਨ ਨਹੀਂ ਹੁੰਦੀ ਤਾਂ 31 ਦਸੰਬਰ ਤੋਂ ਬਾਅਦ ਜਿਹੜਾ ਉਹ 20,000 ਤੱਕ ਦੀ ਛੋਟ ਹੈ ਉਹ ਵੀ ਨਹੀਂ ਹੋਣੀ ਤੇ 5% ਇੰਟਰਸਟ ਰੇਟ ਵੀ ਲੱਗੂ ਜੀ। ਬਿਲਕੁਲ। CFIB ਦਾ ਕਹਿਣਾ ਹੈ ਕਿ ਉਹਨਾਂ ਨੇ ਔਰ 250 ਬਿਜ਼ਨੈਸਸ ਨੇ ਯਾਨੀ ਕਿ ਗਰੁੱਪਸ ਨੇ ਮਿਲ ਕੇ ਇੱਕ ਖਬਰ ਜਿਹੜੀ ਲੈਟਰ ਹੈ ਉਹ ਭੇਜੀ ਸੀ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੂੰ ਪਿਛਲੇ ਹੀ ਹਫ਼ਤੇ, ਔਰ ਉਸ ਦੇ ਵਿੱਚ ਕਿਹਾ ਸੀ ਕਿ ਐਕਸਟੈਂਸ਼ਨ ਨੂੰ ਕੰਸੀਡਰ ਕੀਤਾ ਜਾਵੇ। ਔਰ ਜਿਵੇਂ ਮੈਂ ਕਿਹਾ ਕਿ 2.5 ਲੱਖ ਬਿਜ਼ਨੈਸਸ ਜਿਹੜੇ ਨੇ ਉਹ ਬੰਦ ਹੋਣ ਦੇ ਕਗਾਰ ਤੇ ਨੇ। ਔਰ CFIB ਦੀ ਜਿਹੜੀ ਪੈਟੀਸ਼ਨ ਹੈ ਭਾਜੀ ਹੁਣ ਫੈਡਰਲ ਸਰਕਾਰ ਨੂੰ ਜਿਹੜੀ ਉਹਨਾਂ ਨੇ ਪਾਈ ਹੈ ਉਸ ਦੇ ਵਿੱਚ 30,000 ਤੋਂ ਜ਼ਿਆਦਾ ਦੇ ਬਿਜ਼ਨੈਸਸ ਦੇ ਸਿਗਨੇਚਰ ਹੋ ਚੁੱਕੇ ਨੇ ਜੀ। ਔਰ ਡੈਡਲਾਈਨ ਜਿਹੜੀ ਹੈ ਉਹਦੇ ਵਿੱਚ ਸਾਫ਼-ਸਾਫ਼ ਉਹਨਾਂ ਨੇ ਲਿਖਿਆ ਹੈ ਕਿ ਐਂਡ ਆਫ ਦਸੰਬਰ 2025 ਤੱਕ ਕੀਤੀ ਜਾਵੇ, ਯਾਨੀ ਕਿ ਦਸੰਬਰ 31 2025 ਐਟਲੀਸਟ ਕਹਿੰਦੇ ਨੇ 2024 ਤੱਕ ਤਾਂ ਜ਼ਰੂਰ ਕੰਸੀਡਰ ਕੀਤਾ ਜਾਵੇ, ਨਹੀਂ ਤਾਂ ਉਹ ਕਿੱਥੇ ਜਾਣਗੇ, ਕੀ ਕਰਨਗੇ। ਉਹ ਬਹੁਤ ਜ਼ਿਆਦਾ ਕਹਿੰਦੇ ਨੇ ਉਹਦੇ ਵਿੱਚ ਜਾ ਰਹੇ ਨੇ ਲੋ ਮੋਡ ਦੇ ਵਿੱਚ। ਦੇਖੋ ਇਹਦੇ ਚ ਨਾ ਕੱਲੀ ਐਕਸਟੈਂਸ਼ਨ ਨਹੀਂਗੀ ਜਿਹੜੀ ਜੋ ਮੈਂ ਸੋਚਦਾ ਨਾ, ਐਂਡ ਆਪਾਂ ਕੋਈ ਜਨਰਲ ਗੱਲ ਕਰਦੇ ਆ, ਆਪਾਂ ਕਿਸੇ ਨੂੰ ਇਹ ਕਹਿੰਦੇ ਨਹੀਂਗੇ ਵੀ ਕਰਨ, ਉਹਦੇ ਚ ਕੋਈ ਨਾ ਕੋਈ ਤੁਸੀਂ ਪੇਮੈਂਟ ਕਰਨ ਲੱਗ ਜਾਓ ਜੀ। ਕੋਈ ਕਈ ਵਾਰੀ 20,000 ਜਾਂ 30,000 40,000 ਇਕੱਠਾ ਦੇਣਾ ਔਖਾ ਹੋ ਜਾਂਦਾ, 5-4 ਹਜ਼ਾਰ ਦੇਤਾ ਜਾਂ 1000 ਦੇਤਾ ਜਾਂ ਭਾਜੀ ਅਗਸਤ ਤਾਂ ਆ ਗਿਆ ਤਾਂ ਹੀ ਮੈਨੂੰ ਲੱਗਦਾ ਉਹਨਾਂ ਨੂੰ ਹੁਣ ਇਹ ਫੀਲ ਹੋਣ ਲੱਗ ਗਿਆ 2.5 ਲੱਖ ਬਿਜ਼ਨੈਸਸ ਤੋਂ ਲੈ ਕੇ ਜਿੰਨੇ ਵੀ ਸਮਾਲ ਬਿਜ਼ਨੈਸਸ ਨੇ ਜਿਨ੍ਹਾਂ ਨੇ ਲੋਨ ਲਿਆ ਹੋਣਾ ਕਿ ਹੁਣ 2-3 ਮਹੀਨਿਆਂ ਦੇ ਵਿੱਚ 4 ਮਹੀਨਿਆਂ ਦੇ ਵਿੱਚ ਕਿਵੇਂ ਇੰਨੀ ਵੱਡੀ ਅਮਾਊਂਟ ਜਿਹੜੀ ਹੈ ਉਹ ਇੱਕਦਮ
ਸਰਕਾਰ ਨੂੰ ਦੇਣੀ ਹੈ। ਸੋ ਬਿਕੋਜ਼ ਇਹ ਸਰਕਾਰ ਨੂੰ ਦੇਣੀ ਹੈ ਤਾਂ ਸ਼ਾਇਦ ਰਿਕੁਐਸਟ ਕਰਕੇ ਦੇਖਿਆ ਜਾਵੇ, ਕੀ ਪਤਾ ਇਸ ਬਿਲਕੁਲ ਜੀ ਹੋਰ ਘਟਾ ਦਿੱਤਾ ਜਾਵੇ, ਜਾਂ ਫਿਰ ਕਿਤੇ ਇਹ ਨਾ ਸੋਚਦੇ ਹੋਣ ਕਿ ਸ਼ਾਇਦ ਹੋ ਸਕਦਾ ਕਿ ਮਾਫ ਹੋਣ ਨਹੀਂ ਲੱਗਾ, ਮਾਫ ਨਹੀਂ ਹੁੰਦਾ, ਪਰ ਕਿਤੇ ਨਾ ਕਿਤੇ ਸ਼ਾਇਦ ਹੋ ਸਕਦਾ ਨਾ ਜ਼ਿਹਨ ਦੇ ਵਿੱਚ ਆਉਂਦਾ। ਪਰ ਜੋ ਵੀ ਹੋਏਗਾ, ਹੁਣ ਕ੍ਰਿਸਟੀਆ ਫਰੀਲੈਂਡ ਹੋ ਗਏ ਜਾਂ ਫਿਰ ਜਿਹੜੀ ਸਾਡੀ ਫੈਡਰਲ ਸਰਕਾਰ ਹੈ, ਇਸ ਦੇ ਉੱਪਰ ਕੀ ਜਵਾਬ ਦਿੰਦੀ ਹੈ, ਮੈਨੂੰ ਲੱਗਦਾ ਬਹੁਤ ਛੇਤੀ ਇਸ ਦਾ ਜਵਾਬ ਆ ਜਾਵੇਗਾ ਜੀ। ਔਰ ਮੈਨੂੰ ਲੱਗਦਾ ਜਿਵੇਂ ਪਹਿਲਾਂ ਵੀ ਮਦਦ ਕੀਤੀ ਹੈ ਔਰ ਬਾਰ ਜਿਹੜੀ ਹੈ ਐਕਸਟੈਂਸ਼ਨ ਵੀ ਕਰ ਰਹੇ ਨੇ, ਅਮਾਊਂਟ ਵੀ ਘਟਾ ਰਹੇ ਨੇ, ਸੋ ਕਿਤੇ ਨਾ ਕਿਤੇ ਜ਼ਰੂਰ ਇਹਨਾਂ ਦੀ ਹੈਲਪ ਆਊਟ ਕਰਨਗੇ। ਬਿਲਕੁਲ ਜੀ ਬਿਲਕੁਲ। ਅਗਲੀ ਖਬਰ ਵੱਲ ਚੱਲਦੇ ਹਾਂ, ਜਿਸ ਦੇ ਵਿੱਚ ਨਾ ਅੱਜ ਕੱਲ ਸਕੈਮ ਭਾਜੀ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਚੱਲ ਰਹੇ ਨੇ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦੇ ਸਕੈਮ ਹੋਣ, ਭਾਵੇਂ ਤੁਹਾਡੇ ਵੀਜ਼ਾ ਕਾਰਡ ਦੇ ਸਕੈਮ ਹੋਣ, ਭਾਵੇਂ ਤੁਹਾਡੇ ਫੋਨ ਦੇ ਨੰਬਰ ਨੂੰ ਟਰੇਸ ਕਰਕੇ ਤੁਹਾਡੇ ਕਿਸੇ ਨੋਨ ਨੂੰ ਫੋਨ ਕਰਕੇ ਪੈਸੇ ਮੰਗ ਲਏ ਹੋਣ। ਫੇਸਬੁੱਕ ਸਕੈਮ ਬਹੁਤ ਚੱਲ ਰਿਹਾ ਜੀ, ਜਿੱਥੇ ਫੇਕ ਪ੍ਰੋਫਾਈਲ ਆਈਡੀ ਬਣ ਜਾਂਦਾ, 3-4 ਵਾਰ ਤੁਹਾਡਾ ਵੀ ਬਣਿਆ। ਇਹ ਵੀ ਇੱਕ ਬਿਜ਼ਨਸ ਆ ਸ਼ਬੀ, ਉਹੀ ਮੈਂ ਕਿਹਾ 3-4 ਵਾਰ ਤੁਹਾਡਾ ਬਣਿਆ, ਪੈਸੇ ਪੂਹੇ ਵੀ ਮੰਗਦੇ ਸੀ, ਦੇਣ ਲੱਗਾ ਸੀ ਤੇ ਤੁਹਾਨੂੰ ਫੋਨ ਕਰ ਲਿਆ। ਤੁਸੀਂ ਇਉਂ ਕਰੋ, ਤੁਸੀਂ ਜਦੋਂ ਕੋਈ ਫੇਸਬੁੱਕ ਤੇ ਮੰਗੇ ਨਾ, ਫਿਰ ਬਾਅਦ ਚ ਪਤਾ ਲੱਗਿਆ ਉਹ ਤੁਸੀਂ ਆਪ ਹੀ ਸੀਗੇ। ਨਹੀਂ, ਜਦੋਂ ਕੋਈ ਫੇਸਬੁੱਕ ਤੇ ਪੈਸੇ ਮੰਗੇ ਨਾ, ਉਹਨੂੰ ਨਾ ਦਿਓ, ਤੁਸੀਂ ਫੋਨ ਕਰਕੇ ਮੈਨੂੰ ਸੱਦ ਲਿਓ, ਮੈਂ ਲੈ ਜਾਊਂਗਾ। ਉਹੀ ਤਾਂ ਕਹਿ ਰਿਹਾ ਮੈਂ, ਉਹੀ ਕਹਿ ਰਿਹਾ। ਮੈਨੂੰ ਆਇਆ ਜੀ, ਹਨਾ, ਕਿ ਕਹਿੰਦੇ ਨੇ ਆਈ ਨੀਡ ਦਿਸ ਮਨੀ, ਇਹ ਉਹ ਕਿਸੇ ਵੱਲੋਂ, ਹਨਾ, ਤੇ ਮੈਂ ਉਹਨੂੰ ਫੋਨ ਕੀਤਾ, ਉਹ ਕਹਿੰਦੇ ਮੈਂ ਹੀ ਸੀਗਾ ਜੀ, ਉਹ ਮਜ਼ਾਕ ਕਰਦੇ ਸੀ, ਕਹਿੰਦੇ ਦੇ ਦਿਓ। ਸੋ ਉਹ ਉਦਾਂ ਦੇ ਸਕੈਮ ਹਨਾ, ਜੋਕ ਸਪਾੜ ਬਹੁਤ ਜ਼ਿਆਦਾ ਚੱਲ ਰਹੇ ਨੇ। ਦੇਖੋ ਇਹ ਜਿਹੜਾ ਸਕੈਮ ਹੈ ਨਾ, ਜਿਹੜੀਆਂ ਇਹ ਫੋਨ ਕਾਲਸ ਆਉਂਦੀਆਂ, ਇਹ ਆਉਂਦੀਆਂ ਇੱਥੋਂ ਨਹੀਂ, ਬਹੁਤ ਘੱਟ ਆਉਂਦੀਆਂ, ਇੱਥੋਂ ਵੀ ਆਉਂਦੀਆਂ ਜੀ ਜੀ। ਮੈਂ ਇੱਕ ਐਗਜ਼ਾਮਪਲ ਇੱਥੋਂ ਦੀ ਵੀ ਦਊਂਗਾ, ਪਰ ਇਹ ਜ਼ਿਆਦਾਤਰ ਜਿਹੜੀਆਂ ਕਾਲਾਂ ਆਉਂਦੀਆਂ ਨਾ, ਇਹ ਬਾਹਰੋਂ, ਇੰਡੀਆ ਹੋ ਗਿਆ, ਪਾਕਿਸਤਾਨ ਹੋ ਗਿਆ, ਉਧਰੋਂ ਆਉਂਦੀਆਂ ਜੀ ਜੀ। ਉਧਰੋਂ ਆ ਕੇ ਨਾ ਉਹ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਜੀ, ਐਕਸੈਂਟ ਤੋਂ ਪਤਾ ਲੱਗ ਜਾਂਦਾ। ਐਕਚੁਅਲ ਕੀ ਹੈ, ਇਹ ਟਾਰਗੇਟ ਕਰਦੇ ਆ ਜਿਹੜੇ ਸੀਨੀਅਰ ਹੈ ਉਹਨਾਂ, ਸੀਨੀਅਰ, ਬਿਕਾਜ਼ ਉਹ ਨਾ ਸੌਖੇ ਆ ਉਹਨਾਂ ਤੋਂ ਪੈਸੇ ਲੈਣੇ ਜੀ, ਉਹਨਾਂ ਨੂੰ ਥੋੜਾ ਜਿਹਾ ਡਰਾ ਕੇ ਕਰਾ ਕੇ ਤੇ ਉਹ ਜੋ ਕਰਨਾ ਚਾਹੁੰਦੇ ਉਹ ਕਰ ਲੈਂਦੇ। ਇੱਥੋਂ ਦੀ ਮੈਂ ਇੱਕ ਐਗਜ਼ਾਮਪਲ ਦਿੰਦਾ ਜੀ। ਇੱਥੋਂ ਦੇ ਮੇਰੇ ਦੋਸਤ ਨੂੰ ਇੱਕ ਫੋਨ ਆਇਆ ਫੋਨ ਵਾਸਤੇ ਜੀ, ਵੀ ਤੇਰਾ ਫੋਨ ਅਪਰੂਵ ਹੋ ਗਿਆ, ਹਾਂ ਅਸੀਂ ਤੈਨੂੰ ਨਵਾਂ ਫੋਨ ਭੇਜ ਦਿਆ। ਉਹ ਤੋਂ ਸਾਰੀ ਡਿਟੇਲ ਲੈ ਲਈ ਐਂਡ ਫੋਨ ਵੀ ਆ ਗਿਆ, ਹਾਂਜੀ ਹਾਂਜੀ ਭੇਜਤਾ, ਫੋਨ ਆ ਗਿਆ। ਉਦੋਂ ਬਾਅਦ ਉਸੇ ਬੰਦੇ ਦਾ ਫੋਨ ਆ ਗਿਆ ਵੀ ਜਿਹੜਾ ਤੈਨੂੰ ਫੋਨ ਭੇਜਿਆ ਨਾ, ਉਹ ਗਲਤ ਭੇਜਿਆ ਗਿਆ, ਵੀ ਮੈਂ ਤੇਰੇ ਕੋਲੋਂ ਲੈਣ ਆਉਣਾ ਤੇ ਤੈਨੂੰ ਦੁਬਾਰਾ ਜਿਹੜਾ ਨਾ ਸਹੀ ਫੋਨ ਆ ਉਹ ਭੇਜਾਂਗੇ ਜੀ। ਉਹ ਉਹਨਾਂ ਨੇ ਕੁਦਰਤੀ ਚੈੱਕ ਕਰ ਲਿਆ, ਜਿਹੜੀ ਕੰਪਨੀ ਦੇ ਨਾਲ ਸੀ, ਉਹ ਕਹਿੰਦੇ ਅਸੀਂ ਤਾਂ ਭੇਜਿਆ ਨਹੀਂ ਜੀ। ਸੋ ਉਹ ਇਸ ਕਰਕੇ ਕਰਦੇ ਕਰਾਉਂਦੇ, ਹੁਣ ਉਹ ਹੋਣਾ ਕੀ ਸੀਗਾ, ਉਹਨਾਂ ਨੇ ਉਹ ਜਿਹੜਾ ਆਈਫੋਨ 14 ਹੈ, ਉਹ $1200 ਦਾ, ਉਹ ਡਿਲੀਵਰ ਹੋ ਗਿਆ ਮੇਰੇ ਫਰੈਂਡ ਨੂੰ, ਅੱਛਾ, ਉਹ ਤੋਂ ਉਹਨਾਂ ਨੇ ਲੈ ਜਾਣਾ ਸੀ, ਉਦੋਂ ਬਾਅਦ ਉਹਨਾਂ ਨੇ ਉਹ ਵੇਚ ਦੇਣਾ ਸੀ, ਰਾਈਟ। ਇਹੋ ਜਿਹਾ ਸਕੈਮ, ਜਾਂ ਬੈਂਕ ਦੇ ਵਿੱਚ ਤੁਹਾਨੂੰ ਕਹਿੰਦੇ ਵੀ ਇੰਨੇ ਪੈਸੇ ਦਿਓ, ਸੀਆਰਏ ਦਾ ਬਹੁਤ ਆ ਰਿਹਾ, ਹਾਂ ਸੀਆਰਏ ਦਾ ਕਿ ਕਲਿੱਕ ਕਰੋ ਤੁਹਾਡੇ ਅਕਾਊਂਟ 'ਚ ਜਮਾ ਹੋ ਜਾਣਗੇ $332, ਇਦਾਂ ਦੀ ਅਮਾਉਂਟ ਹੁੰਦੀ ਹੈ, ਬੰਦੇ ਨੂੰ ਲੱਗਦਾ ਸ਼ਾਇਦ ਆਣੀ ਹੋ। ਪਰ ਕਈ ਵਾਰੀ ਨਾ ਸ਼ਵੀ ਜੀ ਇਹ ਬਹੁਤ ਔਖਾ ਹੈ। ਹੁਣ ਆਪਾਂ ਈਮੇਲ, ਮੋਸਟਲੀ ਜਿਹੜੀ ਅੱਜ ਦੀ ਦੁਨੀਆ ਹੈ ਨਾ, ਫੋਨ ਤੋਂ ਪਰੇ ਹੋ ਕੇ ਈਮੇਲ ਤੇ ਚੱਲਦੀ ਹੈ ਜੀ। ਜੇ ਤੁਸੀਂ ਕਿਸੇ ਵਕੀਲ ਨੂੰ ਫੋਨ ਕਰੋ ਨਾ, ਉਹ ਤੁਹਾਡਾ ਜਵਾਬ ਨਹੀਂ ਦਿੰਦੇ, ਉਹਨਾਂ ਦਾ ਮੈਸੇਜ ਹੁੰਦਾ ਵੀ ਐਸ ਈਮੇਲ ਤੇ ਤੁਸੀਂ ਸਾਨੂੰ ਈਮੇਲ ਕਰੋ, ਈਮੇਲ ਟੂ ਈਮੇਲ ਚੱਲਦਾ। ਫੋਨ ਵਾਲਾ ਸਿਸਟਮ ਹੈ ਨਾ ਜਿਹੜਾ, ਦੇਖੋ ਹੁਣ ਜੇ ਅੱਜ ਆਪਾਂ ਦੇਖਦੇ ਹਾਂ, ਜਿਹੜੀ ਲੈਂਡਲਾਈਨ ਤਾਂ ਖਤਮ ਹੋ ਗਈ ਜੀ, ਸੈੱਲ ਫੋਨ ਹੈ। ਹੌਲੀ ਹੌਲੀ ਹੋਰ 5 ਤੋਂ 10 ਸਾਲਾਂ ਦੇ ਵਿੱਚ ਸੈੱਲ ਫੋਨ ਵੀ ਖਤਮ ਹੋ ਜਾਣੇ ਆ, ਕੱਲਾ ਈਮੇਲ ਜਾਂ ਮੈਸੇਂਜਰ ਜਾਂ ਕੁਝ ਹੋਰ ਇਹੋ ਜਿਹੇ ਸਿਸਟਮ ਤੇ ਚੱਲੂਗਾ ਸਿਸਟਮ। ਹੁਣ ਜਦੋਂ ਈਮੇਲ ਤੇ ਤੁਸੀਂ ਇੰਨਾ ਬਿਲੀਵ ਕਰਦੇ ਆ, ਹੁਣ ਤੁਹਾਨੂੰ ਬੈਂਕ ਤੋਂ ਈਮੇਲ ਆ ਜਾਂਦੀ ਹੈ ਵੀ ਆਹ ਤੁਹਾਡੇ ਪੈਸੇ ਆਏ ਆ, ਆਹ ਤੁਸੀਂ ਕਲਿੱਕ ਕਰੋ, ਉਹ ਐਕਚੁਅਲੀ ਹੁੰਦੀ ਹੈ ਫੇਕ ਈਮੇਲ। ਉਹਨੂੰ ਬਣਾਇਆ ਇਸ ਤਰ੍ਹਾਂ ਹੁੰਦਾ ਵੀ ਉਹ ਲੱਗਦੀ ਹੈ ਰੀਅਲ, ਉਹ ਸਿੱਧਾ ਤੁਹਾਨੂੰ ਟਰੇਸ ਹੋ ਜਾਂਦਾ ਤੁਹਾਡੇ ਅਕਾਊਂਟ ਦੇ ਵਿੱਚ। ਐਗਜ਼ੈਕਟਲੀ। ਹੁਣ ਐਵੇਂ ਹੀ ਤੁਹਾਡੀ ਜਿਹੜੀਆਂ ਨਾ ਕਈ ਡਿਲੀਵਰੀਆਂ, ਜੇ ਤੁਸੀਂ ਦੇਖੋਗੇ ਈਮੇਲ ਚੈੱਕ ਕਰੋਗੇ, ਮੇਰੀ ਈਮੇਲ ਤੇ ਬਹੁਤ ਆਉਂਦੀਆਂ ਵੀ ਤੁਹਾਡੀ ਡਿਲੀਵਰੀ ਅਸੀਂ ਡਿਲੀਵਰ ਨਹੀਂ ਕਰ ਸਕੇ ਜੀ, ਤੁਸੀਂ ਕਲਿੱਕ ਕਰੋ ਤੇ ਉਹ ਪ੍ਰੋਪਰ ਇਨਫੋਰਮੇਸ਼ਨ ਦੇਣ ਨੂੰ। ਸੋ ਇਹ ਜਿਹੜਾ ਸਕੈਮ ਹੈ ਨਾ, ਜਿਹੜਾ ਈਮੇਲ ਤੇ ਵੀ ਬਹੁਤ ਹੁੰਦਾ
ਜੀ ਬਿਲਕੁਲ। ਔਰ ਇਹ ਸੀਨੀਅਰਸ ਨੂੰ ਟਾਰਗੇਟ ਕੀਤਾ ਹੋਇਆ ਜਿਹੜਾ ਸਕੈਮ ਹੈ, ਗ੍ਰੈਂਡ ਪੇਰੈਂਟ ਸਕੈਮ ਕਿਹਾ ਜਾ ਰਿਹਾ ਜੀ ਇਹਨੂੰ। ਔਰ ਇਸ ਦੇ ਵਿੱਚ 6 ਮਹੀਨਿਆਂ ਦੇ ਵਿੱਚ, ਯਾਨੀ ਕਿ ਜਨਵਰੀ 1 ਤੋਂ ਜੂਨ 30 ਤੱਕ ਦੇ 99 ਤੋਂ ਵੀ ਉੱਪਰ ਜਿਹੜੀਆਂ ਰਿਪੋਰਟਸ ਹੋਈਆਂ ਨੇ। ਅਜੇ ਪੁਲਿਸ ਦਾ ਕਹਿਣਾ ਹੈ ਕਿ ਕਈ ਜਿਹੜੇ ਰਿਪੋਰਟ ਵੀ ਨਹੀਂ ਹੁੰਦੇ, ਕਈ ਦੱਸਦੇ ਵੀ ਨਹੀਂ ਹੁੰਦੇ। ਔਰ ਇਸ ਦੇ ਵਿੱਚ ਬੜਾ ਹੀ ਇੱਕ ਸਿੰਪਲ ਤਰੀਕੇ ਦੇ ਨਾਲ ਕੰਟੈਕਟ ਕੀਤਾ ਜਾਂਦਾ ਹੈ ਕਿਸੇ ਗ੍ਰੈਂਡ ਪੇਰੈਂਟ ਨੂੰ ਡੈਲੀਬਰੇਟਲੀ, ਔਰ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਗ੍ਰੈਂਡ ਚਾਈਲਡ ਨੂੰ ਅਸੀਂ ਅਰੈਸਟ ਕਰ ਲਿਆ ਹੈ, ਸੋ ਇਹਨਾਂ ਨੂੰ ਜੇ ਤੁਸੀਂ ਛੁਡਾਉਣਾ ਹੈ ਜਾਂ ਕਿਵੇਂ ਕਰਨਾ ਹੈ ਤਾਂ ਤੁਹਾਨੂੰ ਇੰਨੇ ਪੈਸੇ ਜਿਹੜੇ ਨੇ ਹੁਣੇ ਦੇਣੇ ਪੈਣਗੇ, ਅਦਰਵਾਈਜ਼ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪਾ ਦੇਣਾ ਜਾਂ ਜਿਵੇਂ ਵੀ ਹੈ ਨਾ, ਜੇਲ੍ਹ ਦੇ ਵਿੱਚ ਪਾ ਦੇਣਾ, ਸਾਰੇ ਕੋਰਟ ਦੇ ਵਿੱਚ ਪੇਸ਼ੀ ਹੋ ਜਾਣੀ ਇਹਨਾਂ ਦੀ। ਔਰ ਉਸ ਤੋਂ ਬਾਅਦ ਇਹ ਸਕੈਮ ਜਿਹੜਾ ਉਹ ਸ਼ੁਰੂ ਹੁੰਦਾ। ਔਰ ਉਸ ਤੋਂ ਬਾਅਦ ਇੱਥੇ ਨਹੀਂ ਮੁੱਕਦਾ ਭਾਜੀ, ਇਸ ਤੋਂ ਬਾਅਦ ਵੀ ਹੋਰ ਵੀ ਕਈ ਕੰਡੀਸ਼ਨਾਂ, ਕਈ ਕਾਲਸ ਕਰਕੇ ਉਹਨਾਂ ਤੋਂ ਜਿਹੜੇ ਪੈਸੇ ਨੇ ਉਹ ਲੈਣ ਦੀ ਕੋਸ਼ਿਸ਼ ਜਿਹੜੀ ਹੈ ਉਹ ਹੁੰਦੀ ਹੈ। ਔਰ ਜਿਹੜੇ ਪੈਸੇ ਵੀ ਨੇ, ਪੇਮੈਂਟ ਜਿਹੜੀ ਹੈ ਉਹ ਯੂਜੂਅਲੀ ਕਹਿੰਦੇ ਨੇ ਕਿ ਇਨ ਪਰਸਨ ਆ ਕੇ ਉਹ ਕਲੈਕਟ ਕੀਤੇ ਜਾਂਦੇ ਨੇ ਐਜ਼ ਅ ਕੋਰਟ ਅਪੁਆਇੰਟਡ ਕੋਰੀਅਰ, ਤੇ ਉਹ ਆ ਕੇ ਘਰੇ ਆ ਕੇ ਉਹਨਾਂ ਨੂੰ ਮਿਲ ਕੇ ਵੀ ਤੁਸੀਂ ਇਹ ਦੇਖੋ ਪੈਸੇ ਲੈ ਕੇ ਜਾਣਗੇ। ਔਰ ਐ ਤੁਹਾਨੂੰ ਜਿਹੜੇ ਗ੍ਰੈਂਡ ਪੇਰੈਂਟਸ ਨੇ ਜਾਂ ਬਜ਼ੁਰਗ ਨੇ ਉਹਨਾਂ ਨੂੰ ਇਹ ਲੱਗਦਾ ਕਿ ਬਿਲਕੁਲ ਸਹੀ ਹੈ, ਜੈਨੂਇਨ ਹੈ, ਉਹ ਦੇ ਵੀ ਦਿੰਦੇ ਨੇ ਪੈਸੇ, ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਗਾਇਬ ਹੋ ਜਾਂਦੇ ਨੇ। ਔਰ ਕਈ ਵਾਰ ਕਈ ਗ੍ਰੈਂਡ ਪੇਰੈਂਟਸ ਦਾ ਕਹਿਣਾ ਕਿ ਉਹਨਾਂ ਨੇ ਆਪਣੇ ਜਦੋਂ ਗ੍ਰੈਂਡ ਚਾਈਲਡ ਨੂੰ ਫੋਨ ਕੀਤਾ, ਅੱਛਾ ਫੋਨ ਵੀ ਕੱਟਣ ਨਹੀਂ ਦਿੰਦੇ, ਉਹ ਕਹਿੰਦੇ ਜੇ ਫੋਨ ਕੱਟਿਆ ਤਾਂ ਦੁਬਾਰਾ ਨਹੀਂ ਮਿਲਣੀ ਲਾਈਨ, ਕਿਉਂਕਿ ਇਹ ਪਤਾ ਨਹੀਂ ਕਿਹੜੇ ਉੱਤੋਂ ਬੋਲ ਰਹੇ ਨੇ ਜਾਂ ਜਿਵੇਂ ਵੀ ਹੈ। ਉਹ ਕਨਵਿੰਸ ਏਦਾਂ ਕਰਦੇ ਨੇ ਬਜ਼ੁਰਗਾਂ ਨੂੰ ਕਿ ਉਹ ਫਿਰ ਪੈਸੇ ਲੈ ਕੇ ਹਟਦੇ ਨੇ। ਔਰ ਬਹੁਤ ਸਾਰੇ ਜਿਹੜੇ ਏਦਾਂ ਦੇ ਕੇਸਸ ਆਏ ਨੇ। ਦੇਖੋ ਕੱਲਾ ਇਹੀ ਨੀਗਾ ਸ਼ਵੀ ਜੀ, ਜਦੋਂ ਆਪਾਂ ਸਕੈਮ ਦੀ ਗੱਲ ਕਰਦੇ ਨਾ ਜੀ, ਇੱਕ ਲੋਕਲੀ ਸਕੈਮ 2-3 ਦਫਾ ਮੈਂ ਸੁਣਿਆ ਜੀ। ਉਹਦੇ ਚ ਕੋਈ ਮੇਰੇ ਫਰੈਂਡ ਸੀਗੇ, ਉਹਨਾਂ ਨੇ ਬੇਸਮੈਂਟ ਬਣਾਉਣੀ ਸੀ ਜੀ, ਉਹਨਾਂ ਨੇ ਬੇਸਮੈਂਟ ਬਣਾਉਣੀ ਸੀ, 2-3 ਬੰਦਿਆਂ ਨੂੰ ਉਹਨਾਂ ਨੇ ਸੱਦਿਆ ਐਸਟੀਮੇਟ ਲੈਣ ਨੂੰ ਜੀ। ਇੱਕ ਉਹਨਾਂ ਚੋਂ ਉਹਨੇ ਐਸਟੀਮੇਟ ਵੀ ਬਹੁਤ ਵਧੀਆ ਦਿੱਤਾ ਜੀ, ਬਹੁਤ ਵਧੀਆ ਐਸਟੀਮੇਟ ਦੇ ਕੇ, ਤੇ ਉਦੋਂ ਬਾਅਦ ਉਹਨਾਂ ਨੇ ਕਹਿੰਦੇ ਵੀ ਠੀਕ ਹੈ ਤੁਸੀਂ ਕਰੋ। ਉਹ ਕਹਿੰਦੇ ਵੀ ਸਾਨੂੰ ਥੋੜਾ ਡਿਪੋਜ਼ਿਟ ਦਿਓ 5-4 ਹਜ਼ਾਰ। ਅੱਛਾ, ਤੇ ਉਹ ਕਹਿੰਦੇ ਵੀ 5-4 ਹਜ਼ਾਰ ਤਾਂ ਨਹੀਂ ਦੇ ਸਕਦੇ, ਅਸੀਂ 1000 ਦੇ ਦਿੰਦੇ ਆ। ਉਹਨਾਂ ਨੇ ਤਾਂ ਸਮਝਿਆ ਵੀ ਉਹ ਚਲੋ $1000 ਹੈ, ਉਹ ਥੋੜਾ ਅਮਾਊਂਟ ਹੈ, ਪਰ ਉਹ ਜਿਹੜੇ ਉਹ ਸਕੈਮਰ ਸੀ ਉਹਨਾਂ ਵਾਸਤੇ, ਐਂਡ ਉਹ ਵੀ ਪੰਜਾਬੀ ਸੀ, ਅੱਛਾ, ਉਹਨਾਂ ਵਾਸਤੇ ਉਹ 1000 ਵੀ ਬਹੁਤ ਸੀਗਾ। ਸੋ ਉਹ $1000 ਲੈ ਗਏ ਜੀ। ਇਹ ਅਸਲੀਅਤ ਹੈ। ਇਹ 1000 ਲੈ ਗਏ ਤੇ ਉਦੋਂ ਬਾਅਦ ਉਹ ਫੋਨ ਕਰਨ ਤੇ ਉਹ ਫੋਨ ਨਾ ਚੱਕਣ, ਨਾ ਉਹ ਆਉਣ ਨਾ ਕਰਨ, ਬਸ ਉਹ 1000 ਗਿਆ। ਦੇਖੋ ਇੱਥੋਂ ਤੱਕ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਤੁਹਾਡੇ ਘਰ ਤੱਕ ਪਹੁੰਚ ਗਏ ਜੀ, ਤੁਹਾਡੇ ਘਰੇ ਆ ਗਏ। ਸੋ ਹੁਣ ਕੀ ਹੈ ਕਿ ਜਦੋਂ ਇਹ ਸਕੈਮ ਫੜੇ ਜਾਣ ਲੱਗੇ ਤੇ ਉਹਨਾਂ ਨੇ ਘਰ ਆਉਣਾ ਬੰਦ ਕਰਤਾ, ਔਰ ਐਸੀ ਸਿਚੁਏਸ਼ਨ ਕ੍ਰੀਏਟ ਕੀਤੀ ਫੋਨ ਤੇ ਕਿ ਬਜ਼ੁਰਗ ਜਿਹੜੇ ਨੇ ਉਹ ਬਿਲਕੁਲ ਘਬਰਾ ਜਾਣ। ਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਨਾਲ ਦੱਸਿਆ ਵੀ ਗਿਆ ਕਿ ਕਿਵੇਂ ਤੁਸੀਂ ਈ ਟ੍ਰਾਂਸਫਰ ਕਰ ਸਕਦੇ ਹੋ, ਅਸੀਂ ਵਿਲ ਹੈਲਪ ਯੂ ਆਊਟ, ਜਾਂ ਤੁਸੀਂ ਕਿਵੇਂ ਕ੍ਰੈਡਿਟ ਕਾਰਡ ਤੋਂ ਜਾਂ ਜਿਵੇਂ ਵੀ ਪੇਮੈਂਟ ਕਰ ਸਕਦੇ ਹੋ। ਔਰ ਉਸ ਤੋਂ ਬਾਅਦ ਉਹਨਾਂ ਨੇ ਇਨ ਪਰਸਨ ਮਿਲਣ ਦਾ ਜਿਹੜਾ ਹੈ ਉਹ ਐਲੀਮੀਨੇਟ ਕਰਤੀ ਜੀ ਸਿਚੁਏਸ਼ਨ, ਕਿ ਕੋਈ ਗੱਲ ਨਹੀਂ, ਅਸੀਂ ਤੁਸੀਂ ਹੁਣੇ ਭੇਜੋ, ਈ ਟ੍ਰਾਂਸਫਰ ਕਰੋ ਤੇ ਅਸੀਂ ਤੁਹਾਡੇ ਜਿਹੜਾ ਗ੍ਰੈਂਡ ਚਾਈਲਡ ਨੂੰ ਛੱਡ ਦਿੰਦੇ ਹਾਂ। ਔਰ ਹੁਣ ਪੁਲਿਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਰਿਕੁਐਸਟ ਕਰ ਰਹੀ ਹੈ ਕਿ ਇਦਾਂ ਦੇ ਸਕੈਮਾਂ ਦੇ ਵਿੱਚ ਨਾ ਪਾਓ ਤੇ ਸਾਨੂੰ ਫੋਨ ਕਰਕੇ ਜਾਣਕਾਰੀ। ਬਿਲਕੁਲ। ਇੱਕ ਨਾ ਮੈਂ ਆਪਣੇ BTV ਦੇ ਜ਼ਰੀਏ ਸੁਜੈਸਟ ਕਰਨਾ ਚਾਹੂੰਗਾ ਸਾਡੇ ਸੁਣਨ ਵਾਲਿਆਂ ਨੂੰ ਜੀ। ਇੱਕ ਤਾਂ ਕਦੇ ਵੀ ਕਿਸੇ ਨੂੰ ਘਰੇ ਆਉਣ ਨਾ ਦਿਓ। ਤੁਹਾਡੀ ਬੈਲ ਵਜਾਉਂਦਾ ਨਾ ਕੋਈ ਜੀ, ਜੇ ਜਾਣ ਪਛਾਣ ਵਾਲਾ ਨਹੀਂਗਾ ਉਹਨੂੰ ਬਿਲਕੁਲ ਦਰਵਾਜ਼ਾ ਨਾ ਖੋਲੋ ਜੀ। ਨੰਬਰ 2, ਕਈ ਵਾਰੀ ਆਪਾਂ ਨਾ ਬਾਹਰ ਕਿਤੇ ਹੁੰਦੇ ਆ ਤੇ ਇੱਕ ਦੂਜੇ ਦਾ ਫੋਨ ਯੂਜ਼ ਕਰ ਲੈਂਦੇ ਆ ਜੀ। ਕੱਲਾ ਫੋਨ ਨਹੀਂ, ਕੰਪਿਊਟਰ, ਲੈਪਟਾਪ, ਤੁਸੀਂ ਕਹਿ ਦਿੰਦੇ ਵੀ ਮੈਨੂੰ 1 ਮਿੰਟ ਦਿਓ ਜੀ। ਕਦੇ ਵੀ ਕਿਸੇ ਨੂੰ ਨਾ ਆਪਦਾ ਫੋਨ ਅਨਲੌਕ ਕਰਕੇ ਦਿਓ, ਨਾ ਆਪਦਾ ਕੰਪਿਊਟਰ ਅਨਲੌਕ ਕਰਕੇ ਦਿਓ, ਬਿਕੋਜ਼ ਤੁਹਾਡਾ ਜਿਹੜਾ ਸਾਰਾ ਕੁਛ ਹੈ ਨਾ, ਸਭ ਡਾਟਾ ਇਹਦੇ ਵਿੱਚ ਹੈ, ਇਹਦੇ ਚ। ਬਿਲਕੁਲ ਬਿਲਕੁਲ ਰਾਈਟ, ਬਿਲਕੁਲ। ਇਹੀ ਤੁਹਾਡੇ ਸਾਰਾ ਕੁਝ ਤੁਹਾਡੇ ਲੈਪਟਾਪ ਤੇ ਸਾਰੀ ਇਨਫੋਰਮੇਸ਼ਨ ਹੈ। ਤੁਸੀਂ ਇੱਕ ਵਾਰੀ ਕਿਸੇ ਨੂੰ ਦੇਤਾ, ਤੁਸੀਂ 2 ਮਿੰਟ ਪਾਸੇ ਹੋਏ, ਉਹ ਤੋਂ ਜੋ ਮਰਜ਼ੀ ਇਨਫੋਰਮੇਸ਼ਨ ਕਾਪੀ ਕਰ ਲਵੇ। ਬਿਲਕੁਲ ਬਿਲਕੁਲ ਬਿਲਕੁਲ। ਉਹ ਸਪੈਸ਼ਲੀ ਬਜ਼ੁਰਗਾਂ ਨੂੰ ਤਾਂ ਦੇਖੋ ਜੀ ਕੁਛ ਨਹੀਂ ਪਤਾ, ਉਹਦੇ ਜਿਹੜੇ ਜ਼ਿਆਦਾਤਰ ਜਿਹੜੇ ਨੌਜਵਾਨ ਲੋਕ ਹੁੰਦੇ ਨੇ ਉਹਨਾਂ ਨੂੰ ਸੈੱਟ ਕਰ ਜਾਂਦੇ ਨੇ। ਹਾਂ ਬਿਲਕੁਲ, ਕਿ ਜਿਵੇਂ ਸਾਡੇ ਕਮਿਊਨਿਟੀ ਚ ਵੀ ਹੈ ਕਿ ਪਾਪਾ ਜੀ ਆਹ ਦੇਖੋ ਜੀ, ਆਹ ਕਲਿੱਕ ਕਰਨਾ ਤੇ ਏਦਾਂ ਹੋ ਜਾਣਾ, ਇਹ ਕਰਨਾ ਤੇ ਏਦਾਂ ਮੈਸੇਜ ਆ ਜਾਊਗਾ, ਇਹ ਕਰਨਾ ਤੇ ਏਦਾਂ ਕਾਲ ਹੋ ਜਾਊਗਾ, ਫਾਸਟ ਡਾਇਲਿੰਗ ਤੇ ਨੰਬਰ ਵੀ ਦੇ ਦਿੰਦੇ। ਬਿਲਕੁਲ। ਔਰ ਹੁਣ ਪੁਲਿਸ ਨੇ ਵੀ ਇਹ ਕਿਹਾ ਜੀ, ਔਰ ਜਿਵੇਂ ਤੁਸੀਂ ਕਿਹਾ ਬਿਲਕੁਲ ਏਦਾਂ ਦਾ ਹੀ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਹੈ। ਔਰ ਲੋਕਲਸ ਨੂੰ ਕਿਹਾ ਹੈ ਕਿ ਕੋਈ ਵੀ ਕੋਰਟ ਅਪੁਆਇੰਟਡ ਕੋਰੀਅਰਸ
ਯਾਨੀ ਕਿ ਜਿਹੜੇ ਪੈਸੇ ਲੈਣ ਆਉਂਦੇ ਨੇ ਤੁਹਾਡੇ ਘਰੇ ਉਹ ਨਹੀਂ ਐਗਜ਼ਿਸਟ ਕਰਦੇ। ਉਹ ਤੁਹਾਡੇ ਘਰ ਆ ਕੇ ਕੋਈ ਵੀ ਬੰਦਾ ਪੇਮੈਂਟ ਇਦਾਂ ਨਹੀਂ ਲੈਂਦਾ ਸਰਕਾਰੀ ਤੌਰ ਤੇ ਜਾਂ ਕੋਈ ਜੇ ਕਿਉਂਕਿ ਸਰਕਾਰੀ ਅਰੈਸਟ ਕੀਤਾ ਗਿਆ ਯਾਨੀ ਕਿ ਪੁਲਿਸ ਵੱਲੋਂ ਹੀ ਆ ਰਿਹਾ ਬੰਦਾ, ਨਹੀਂ ਹੁੰਦਾ ਜੀ। ਔਰ ਈ ਟ੍ਰਾਂਸਫਰ ਵਗੈਰਾ ਵੀ ਤੁਸੀਂ ਕਿਸੇ ਨੂੰ ਬਿਨਾਂ ਸੋਚੇ ਸਮਝੇ ਬਿਲਕੁਲ ਨਹੀਂ ਕਰਨੀ, ਕਿਉਂਕਿ ਇੱਕ ਵਾਰ ਈ ਟ੍ਰਾਂਸਫਰ ਹੋ ਗਈ ਤੇ ਉਹਦਾ ਵਾਪਸ ਕਰਨਾ ਨਹੀਂ ਹੁੰਦਾ। ਕ੍ਰੈਡਿਟ ਕਾਰਡ ਤਾਂ ਫਿਰ ਵੀ ਹੋ ਜਾਂਦਾ ਜੀ, ਪਰ ਇੱਕ ਵਾਰ ਈ ਟ੍ਰਾਂਸਫਰ ਤੇ ਚਲਾ ਗਿਆ ਸੋ ਉਹ ਚਲਾ ਗਿਆ। ਦੇਖੋ ਜਿਹੜੀ ਈ ਟ੍ਰਾਂਸਫਰ ਹੈ ਨਾ, ਬਹੁਤ ਲੋਕਾਂ ਦੀ ਆਟੋ ਡਿਪੋਜ਼ਿਟ ਹੈ, ਉਹਦੇ ਚ ਤੁਹਾਨੂੰ ਪਾਸਵਰਡ ਦੀ ਜ਼ਰੂਰਤ ਨਹੀਂ ਪੈਂਦੀ, ਉਹ ਸਭ ਤੋਂ ਡੇਂਜਰਸ ਹੈ। ਹਾਂਜੀ ਹਾਂਜੀ ਹਾਂਜੀ। ਤੁਸੀਂ ਦੇਖੋ ਜੇ ਜਿੱਥੇ ਪਾਸਵਰਡ ਹੈ ਨਾ ਜੀ, ਉਹਨੂੰ ਹਲੇ ਫੇਰ ਵੀ ਤੁਸੀਂ ਕੈਨਸਲ ਕਰ ਦਿਓਗੇ ਜਿੰਨਾ ਚਿਰ ਤੁਸੀਂ ਪਾਸਵਰਡ ਨਹੀਂ ਦਿੰਦੇ। ਹਾਂਜੀ ਹਾਂਜੀ। ਜੇ ਤੁਸੀਂ ਕਿਸੇ ਨੂੰ ਪੈਸੇ ਭੇਜਣੇ ਆ ਤੇ ਜਦੋਂ ਤੁਸੀਂ ਭੇਜਣ ਲੱਗਦੇ ਆ ਉਹ ਆਟੋ ਡਿਪੋਜ਼ਿਟ ਹੈ, ਉੱਥੇ ਤੁਹਾਨੂੰ ਕੇਅਰਫੁਲ ਹੋਣਾ ਪੈਣਾ। ਵਾਕਈ ਜੇ ਜਾਇਜ਼ ਆ ਤਾਂ ਠੀਕ ਹੈ, ਜੇ ਨਹੀਂ ਤੁਹਾਨੂੰ ਪਤਾ ਤਾਂ ਉਹਨੂੰ ਨਾ ਕਰੋ। ਦੂਜੀ ਗੱਲ ਇਹ ਹੈ ਵੀ ਜਿਹੜੀ ਗਵਰਨਮੈਂਟ ਦਾ ਜੋ ਹੈ ਨਾ, ਉਹ ਜਿੰਨਾ ਤੁਹਾਨੂੰ ਕਦੇ ਫੋਨ ਨਹੀਂ ਆਊਗਾ, ਉਹ ਤੁਹਾਨੂੰ ਚਿੱਠੀ ਆਊਗੀ ਮੇਲ ਦੇ ਵਿੱਚ, ਮੇਲ ਪ੍ਰੋਪਰ ਆਊਗੀ, ਪ੍ਰੋਪਰ ਮੇਲ 'ਚ ਚਿੱਠੀ ਆਊਗੀ। ਉਸ ਮੇਲ ਦੀ ਚਿੱਠੀ ਨੂੰ ਦੇਖ ਕੇ ਤੁਸੀਂ ਉਹਨੂੰ ਜਵਾਬ ਦਿਓ ਜਾਂ ਜੋ ਕਰਨਾ ਉਹਦਾ ਉਹ ਕਰੋ। ਜੀ ਜੀ ਜੀ। ਅਕਾਊਂਟੈਂਟ ਕੋਲੇ ਲੈ ਜਾਓ, ਬਿਲਕੁਲ ਪਹਿਲਾਂ ਵੈਰੀਫਾਈ ਕਰੋ, ਉਸ ਤੋਂ ਬਾਅਦ ਹੀ ਕਰੋ ਜੀ। ਔਰ ਹੁਣ ਕੋਈ ਵੀ ਇਦਾਂ ਦਾ ਸਕੈਮ ਹੁੰਦਾ ਹੈ, ਸਪੈਸ਼ਲੀ ਗ੍ਰੈਂਡ ਪੇਰੈਂਟ ਸਕੈਮ ਹੁੰਦਾ ਹੈ, ਤੇ ਪੁਲਿਸ ਨੇ ਨਾਨ ਐਮਰਜੈਂਸੀ ਲਾਈਨ ਯਾਨੀ ਕਿ 403 266 1234 ਤੇ ਕਾਲ ਕਰਨ ਨੂੰ ਕਿਹਾ ਹੈ, ਜਾਂ ਤੁਸੀਂ ਕ੍ਰਾਈਮ ਸਟਾਪਰਸ ਨੂੰ ਤੁਸੀਂ ਕਾਲ ਕਰਕੇ ਜਾਣਕਾਰੀ ਦੇ ਸਕਦੇ ਹੋ ਜੀ। ਤੁਹਾਨੂੰ ਸਕੈਮ ਤੋਂ ਬਿਲਕੁਲ ਬਚਣ ਦੀ ਸਲਾਹ ਦਿੱਤੀ ਹੈ ਜੀ। ਅਗਲੀ ਜਿਹੜੀ ਖਬਰ ਹੈ ਉਸ ਦੇ ਵਿੱਚ ਹੁਣ ਇੱਕ ਨਵੀਂ ਸਿਗਰਟ ਵਾਰਨਿੰਗ ਆ ਰਹੀ ਹੈ ਜੀ ਲੇਬਲਸ ਦੇ ਉੱਪਰ। ਇਹ ਸਰਕਾਰ ਵੱਲੋਂ ਦੇਖੋ ਇਹ ਵਾਰਨਿੰਗ ਪਹਿਲਾਂ ਵੀ ਸੀਗੀ, ਇਹ ਸਿਗਰਟਾਂ ਤੇ ਵੀ ਹੈ ਤੇ ਸ਼ਰਾਬ ਦੀਆਂ ਬੋਤਲਾਂ ਤੇ ਵੀ ਹੈ ਜੀ। ਇਹ ਸਪੈਸ਼ਲੀ ਜਿਹੜੀ ਵਾਰਨਿੰਗ ਹੈ ਨਾ, ਇਹ ਹੈਗੀ ਹੈ ਬੱਚਿਆਂ ਵਾਸਤੇ ਜੀ। ਪਰ ਜੇ ਇਹ ਉਹਨਾਂ ਸਪੈਸ਼ਲੀ ਬੱਚਿਆਂ ਵਾਸਤੇ ਆ ਜਿਹੜੀ ਜਦੋਂ ਤੁਸੀਂ ਸਿਗਰਟ ਲੈਣ ਜਾਂਦੇ ਆ ਨਾ, ਉਹ ਉੱਥੇ ਸਟੋਰ ਦੇ ਵਿੱਚ ਆਈਡੀ ਮੰਗਦੇ ਆ ਜੀ। ਜਿਹੜਾ ਕਾਊਂਟਰ ਤੇ ਖੜਾ ਹੈ ਨਾ, ਉਹਨੇ ਆਈਡੀ ਲੈਣੀ ਆ ਦੇਖ ਕੇ ਜੀ, ਤੇ ਫੇਰ ਤੁਹਾਨੂੰ ਸਿਗਰਟ ਦੇਣੀ ਆ। ਉਹ ਆਈਡੀ ਲੈ ਆਉਂਦੇ ਆ, ਉਹ ਬੱਚੇ ਕੀ ਕਰਦੇ ਆ ਜਿਹੜੇ ਉਹਨਾਂ ਦਾ ਜਾਂ ਕੋਈ ਅਕਸਰ ਕੀ ਹੁੰਦਾ ਨਾ, ਜਿਵੇਂ 7-Eleven ਲੈ ਲਓ ਜਾਂ ਹੋਰ ਕਿਤੇ ਲੈ ਲਓ, ਜਵਾਕ ਬਾਹਰ ਖੜੇ ਹੁੰਦੇ ਆ ਜੀ, ਤੁਹਾਡੇ ਮੇਰੇ ਵਰਗਾ ਉੱਥੇ ਗਿਆ ਤੇ ਉਹਨਾਂ ਨੇ ਕਹਿਣਾ ਵੀ ਆਹ ਪੈਸੇ ਲੈ ਲਓ ਮੈਥੋਂ ਤੇ ਸਾਨੂੰ ਸਿਗਰਟ ਵਾਲੀ ਡੱਬੀ ਲਿਆ ਦਿਓ ਜੀ। ਐਂਡ ਲੋਕ ਲਿਆ ਕੇ ਦਿੰਦੇ ਵੀ ਆ ਜੀ, ਉਹ ਦੇ ਦਿੰਦੇ ਆ। ਤੇ ਉਹ ਇਹ ਉਹਨਾਂ ਵਾਸਤੇ ਆ, ਉਹਨਾਂ ਨੇ ਕਰਿਆ ਵੀ ਜੇ ਤੁਸੀਂ ਜਿਹੜੀ ਤੁਹਾਡੀ ਏਜ ਹੈ ਨਾ ਉਹ ਥੋੜੀ ਆ, ਤੁਸੀਂ ਨਹੀਂ ਲਿਆ ਸਕਦੇ ਜੀ, ਤਾਂ ਇਸ ਤਰ੍ਹਾਂ ਟਰਾਈ ਕਰਦੇ ਆ ਬਿਲਕੁਲ ਗਵਰਨਮੈਂਟ। ਸੋ ਇਹ ਜਿਹੜੀ ਮੂਵ ਹੈ ਇਹ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਹੀ ਅਨਾਉਂਸ ਕਰ ਦਿੱਤੀ ਗਈ ਸੀ, ਔਰ ਕੈਨੇਡਾ ਨੂੰ ਪਹਿਲੀ ਕੰਟਰੀ ਬਣਾ ਦਿੱਤਾ ਜੀ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਇਹ ਸਟੈਪ ਲਿਆ, ਜਿਸ ਦੇ ਵਿੱਚ ਸ਼ਰੇਆਮ ਲਿਖਿਆ ਹੋਇਆ ਕਿ ਇਹ ਜਿਹੜੀ ਚੀਜ਼ ਆ ਬਹੁਤ ਜ਼ਿਆਦਾ ਜਿਵੇਂ ਹਾਨੀਕਾਰਕ ਲਿਖਿਆ ਹੀ ਹੁੰਦਾ, ਪਰ ਇਸ ਦੇ ਵਿੱਚ ਹੁਣ ਇੰਗਲਿਸ਼ ਔਰ ਫ੍ਰੈਂਚ ਦੇ ਵਿੱਚ ਲਿਖਿਆ ਹੈ, ਫਿਲਟਰਾਂ ਦੇ ਉੱਪਰ ਲਿਖਿਆ ਹੈ, ਔਰ ਹਰ ਜਗ੍ਹਾ ਤੇ ਵਾਰਨਿੰਗ ਜਿਹੜੀਆਂ ਲਿਖੀ ਹੈ ਸਪੈਸ਼ਲੀ ਬੱਚਿਆਂ ਨੂੰ ਲੈ ਕੇ, ਜਿਵੇਂ ਤੁਸੀਂ ਕਹਿ ਰਹੇ ਹੋ, ਔਰ ਲਿਖਿਆ ਹੈ ਕਿ ਇਹ ਜਿਹੜੇ ਨੇ ਤੁਹਾਡੇ ਆਰਗਨਸ ਜਿਹੜੇ ਨੇ ਉਹ ਡੈਮੇਜ ਕਰ ਦਿੰਦੇ ਨੇ, ਇੰਪੋਟੈਂਸ ਹੋ ਜਾਂਦੀ ਹੈ, ਲੁਕੇਮੀਆ ਤੁਹਾਨੂੰ ਹੋ ਸਕਦਾ ਹੈ। ਔਰ ਟੈਗ ਲਾਈਨ ਵੀ ਲਿਖੀ ਹੋਈ ਹੈ, ਪੋਇਜ਼ਨ ਇਨ ਐਵਰੀ ਪਫ, ਯਾਨੀ ਕਿ ਹਰ ਪਫ ਦੇ ਵਿੱਚ ਜ਼ਹਿਰ ਜਿਹੜਾ ਹੈ ਇਸ ਦੇ ਵਿੱਚ ਹੈਗਾ, ਕੌਸ਼ਨ ਕਰਕੇ ਉਹ ਚੀਜ਼ ਲਿਖੀ ਹੋਈ ਹੈ। ਪਰ ਭਾਜੀ ਮੈਨੂੰ ਲੱਗਦਾ ਕਿ ਜੇ ਇੰਨੀ ਹੀ ਹਾਨੀਕਾਰਕ ਚੀਜ਼ ਹੈ ਤੇ ਇਹ ਫਿਰ ਲੀਗਲ ਕਿਉਂ ਕਰਦੇ ਆ ਭਾਜੀ, ਕਿਉਂਕਿ ਇਹ ਤੋਂ ਬਹੁਤ ਜ਼ਿਆਦਾ ਰੈਵਨਿਊ ਆਉਂਦਾ, ਇਦਾਂ ਦਾ ਕੁਛ ਨਹੀਂ। ਰੈਵਨਿਊ ਤਾਂ ਬਹੁਤ ਆਉਂਦਾ ਜੀ। ਜੇ ਆਪਾਂ ਟੈਕਸ ਦੇਖੀਏ, ਸਿਗਰਟ ਤੇ ਸ਼ਰਾਬ ਤੋਂ ਬਹੁਤ ਜ਼ਿਆਦਾ ਟੈਕਸ ਹੈ ਜੀ ਜਿਹੜੀ ਗਵਰਨਮੈਂਟ ਲੈਂਦੀ ਹੈ ਜੀ। ਪਰ ਜਿਹੜਾ ਜੇ ਆਪਾਂ ਤੰਬਾਕੂ ਦੀ ਗੱਲ ਕਰਦੇ ਆ ਨਾ ਜੀ, ਡੇਂਜਰਸ ਹੈਗਾ ਜੀ, ਪਰ ਇੰਨਾ ਡੇਂਜਰਸ ਵੀ ਨਹੀਂਗਾ ਵੀ ਜੇ ਆਪਾਂ ਨੂੰ ਕੋਈ ਜਾਨ ਦਾ ਖਤਰਾ। ਇਹ ਸਪੈਸ਼ਲੀ ਹੈਗਾ ਜਿਹੜੀ ਵਾਰਨਿੰਗ ਹੈ ਬੱਚਿਆਂ ਵਾਸਤੇ, ਵੀ ਜਦੋਂ ਛੋਟੀ ਏਜ ਹੈ ਨਾ ਵੀ ਉਹਨਾਂ ਨੂੰ ਹੈਬਿਟ ਨਾ ਬਣੇ ਜੀ। ਦੇਖੋ ਬਹੁਤ ਲੋਕ ਹੈਗੇ ਆ ਜਿਹੜੇ 80 90 ਸਾਲ ਤੱਕ ਜਿਉਂਦੇ ਆ ਪਰ ਸਮੋਕ ਕਰਦੇ ਆ, ਸਮੋਕ ਵੀ ਕਰਦੇ, ਡਰਿੰਕ ਵੀ ਕਰਦੇ ਆ ਜੀ। ਉਹ ਜੇ ਦੇਖੋ ਜੇ ਇੱਕ ਸਿਗਰਟ ਪੀ ਲਈ ਜਾਂ 2 ਸਿਗਰਟ ਪੀ ਲੀਆਂ ਉਹ ਇੱਕ ਵੱਖਰੀ ਚੀਜ਼ ਆ, ਜੇ 2 ਡੱਬੀਆਂ ਪੀ ਲੀਆਂ ਮਤਲਬ ਐਡਿਕਸ਼ਨ ਇਜ਼ ਬੈਡ, ਰਾਈਟ ਜੀ। ਬਿਲਕੁਲ ਐਡਿਕਸ਼ਨ ਵਾਸਤੇ ਜਿਹੜੀ ਹੈ ਨਾ, ਜਦੋਂ ਬੱਚੇ ਲੱਗ ਜਾਂਦੇ ਆ, ਉਹ ਜੇ ਹੁਣ 14-15 ਸਾਲ ਦਾ ਜਾਂ 12-13 ਸਾਲ ਦਾ ਬੱਚਾ ਲੱਗ ਗਿਆ
ਤੇ ਉਹਨੇ ਦੇਖੋ ਟੂ ਸੈਂਸਿਟਿਵ ਫੇਫੜੇ ਵੀ Exactly, ਹਾਂਜੀ ਹਾਂਜੀ right? ਸੋ ਕਈ ਜਿਹੜੀਆਂ ਸਟੱਡੀਜ਼ ਵੀ ਕੀਤੀਆਂ ਗਈਆਂ ਕੈਨੇਡਾ ਦੇ ਵਿੱਚ, ਔਰ ਉੱਥੇ ਇਹ ਦੱਸਿਆ ਗਿਆ ਹੈ ਕਿ ਜਦੋਂ ਵਾਰਨਿੰਗ ਜਾਂ ਇਦਾਂ ਦੇ ਕੌਸ਼ਨਸ ਜਿਹੜੇ ਨੇ ਪ੍ਰਿੰਟ ਹੁੰਦੇ ਨੇ ਤੇ ਉਹਦਾ ਇਫੈਕਟ ਕਾਫੀ ਪੈਂਦਾ ਜੀ ਪੈਂਦਾ। ਲੋਕਾਂ ਤੇ। ਔਰ ਜਿਹੜੀ ਟੋਬੈਕੋ ਔਰ ਉਸਦੇ ਜਿਹੜੇ ਹੋਰ ਪ੍ਰੋਡਕਟਸ ਨੇ ਉਸ ਦਾ ਜਿਹੜੀ ਐਡਵਰਟਾਈਜ਼ਮੈਂਟ ਹੈ, ਪ੍ਰਮੋਸ਼ਨ ਜਾਂ ਸਪਾਂਸਰਸ਼ਿਪ ਹੈ, ਉਹ ਬੈਂਡ ਹੈ ਜੀ ਕੈਨੇਡਾ ਦੇ ਵਿੱਚ। ਔਰ ਜਿਹੜੀ ਵਾਰਨਿੰਗ ਹੈ ਸਿਗਰਟ ਪੈਕ ਤੇ ਔਰ ਟੋਬੈਕੋ ਪ੍ਰੋਡਕਟਸ ਤੇ, ਉਹ 1972 ਤੋਂ ਨਹੀਂ ਐਡਵਰਟਾਈਜ਼ ਕਰ ਸਕਦੇ। ਹਾਂਜੀ 1972 ਤੋਂ ਇਹ ਹਮੇਸ਼ਾ ਛਪਦੀਆਂ ਨੇ ਜੀ। ਔਰ ਉਹਦੇ ਨਾਲ ਕਈ ਵਾਰ ਉਹ ਕਹਿੰਦੇ ਨੇ ਕਿ ਇਸ ਦਾ ਜਿਹੜਾ ਇਫੈਕਟ ਹੈ, ਮੈਂ ਵੀ ਕਈ ਲੋਕਾਂ ਨੂੰ ਜਾਣਦਾ ਜੀ, ਸਾਡੇ ਨੋਨ ਸੀਗੇ, ਉਹ ਕਹਿੰਦੇ ਨੇ ਇੰਡੀਆ ਦੇ ਵਿੱਚ ਕਹਿੰਦੇ ਹੁੰਦੇ ਸੀਗੇ, ਕਹਿੰਦੇ ਉਹ ਪਤਾ ਨਹੀਂ ਕਿਹੜੀ ਬ੍ਰਾਂਡ ਦੀ ਕੋਈ ਸਿਗਰਟ ਹੈ, ਉਹ ਕਹਿੰਦੇ ਉਹ ਲੈਣ ਦਾ ਜੀ ਨਹੀਂ ਕਰਦਾ, ਉਹਦੇ ਉੱਪਰ ਬਹੁਤ ਭੈੜੀਆਂ ਫੋਟੋਆਂ ਬਣੀਆਂ ਹੋਈਆਂ। ਸੋ ਮਤਲਬ ਉਹਨਾਂ ਨੂੰ ਦੇਖ ਕੇ ਇਫੈਕਟ ਤਾਂ ਪੈਂਦਾ ਹੀ ਹੈ। ਬਿਲਕੁਲ ਬਿਲਕੁਲ। ਐਂਡ ਇੰਡੀਆ 'ਚ ਮੇਰਾ ਖਿਆਲ ਮੈਨੂੰ ਪੱਕਾ ਨਹੀਂ ਪਤਾ ਵੀ ਇਹ ਸਿਗਰਟਾਂ ਬੈਨ ਐਡਵਰਟਾਈਜ਼ ਕਰਨ ਨੂੰ ਹੈਗੀਆਂ। ਹਾਂਜੀ ਬੈਨ ਹੈ ਜੀ, ਉੱਥੇ ਵੀ ਟੋਬੈਕੋ ਨਹੀਂ ਕਰ ਸਕਦੇ, ਨਹੀਂ ਕਰ ਸਕਦੇ। ਹਾਂਜੀ ਜਿਹੜੀ ਸ਼ਰਾਬ ਆ ਉਹ ਕਰ ਸਕਦੇ, ਸ਼ਰਾਬ ਵੀ ਨਹੀਂ ਕਰ ਸਕਦੇ ਜੀ, ਉੱਥੇ ਐਡਵਰਟਾਈਜ਼ ਨਹੀਂ ਕਰ ਸਕਦੇ। ਉਹਦੇ ਬਜਾਏ ਤੁਸੀਂ ਸੋਡਾ, ਸੀਡੀਜ਼, ਅੱਜ ਕੱਲ ਤੁਸੀਂ ਦੇਖੋਗੇ ਪਾਣੀ ਦੀ ਬੋਤਲਾਂ। ਨਹੀਂ ਇੱਥੇ ਤਾਂ ਤੁਸੀਂ ਸ਼ਰਾਬ ਇੱਥੇ ਕਰ ਸਕਦੇ, ਇੱਥੇ ਕਰ ਸਕਦੇ, ਇੰਡੀਆ 'ਚ ਨਹੀਂ ਕਰ ਸਕਦੇ। ਅੱਛਾ ਇੰਡੀਆ 'ਚ ਨਹੀਂ ਕਰ ਸਕਦੇ। ਹਾਂਜੀ ਹਾਂਜੀ ਇੰਡੀਆ 'ਚ ਕਰਤਾ ਜੀ ਬੈਨ, ਉਹ ਅਲੱਗ ਚੀਜ਼ ਹੈ। ਉੱਥੇ ਹੁਣ ਦੂਜੇ ਪ੍ਰੋਡਕਟਸ ਜਿਹੜੇ ਨੇ ਉਹ ਕਹਿ ਕੇ, ਸੌਂਫ ਕਹਿ ਕੇ ਐਡਵਰਟਾਈਜ਼ ਕਰ ਲੈਂਦੇ ਨੇ, ਸਿਗਰਟ ਦਾ ਬ੍ਰਾਂਡ ਕਿਸੇ ਹੋਰ ਨਾਂ ਦਾ ਕਰਕੇ, ਕੋਈ ਸੋਡਾ ਹੋ ਗਿਆ ਜਾਂ ਕੋਈ ਹੋਰ ਚੀਜ਼ ਹੋ ਗਈ ਕਰਕੇ ਉਹ ਐਡਵਰਟਾਈਜ਼ ਕਰੀ ਜਾਂਦੇ ਨੇ। ਪਰ ਇਹ ਹੈ ਕਿ ਇੱਥੇ ਵੀ ਜਿਹੜਾ ਹੈ ਪਰ ਸਿਗਰਟ ਔਰ ਟੋਬੈਕੋ ਸਟ੍ਰਿਕਟਲੀ ਜਿਹੜਾ ਉਹ ਬੈਨ ਹੈ ਜੀ, ਉਹਦੀ ਪ੍ਰਮੋਸ਼ਨ। ਔਰ ਹੁਣ ਇਸ ਦੇ ਨਾਲ ਕਿਹਾ ਜਾ ਰਿਹਾ ਹੈ ਜਿਹੜੇ ਹੈਲਥ ਜਿਹੜੇ ਉਸ ਟਾਈਮ ਹੈਲਥ ਮਿਨਿਸਟਰ ਸੀਗੇ, ਸਾਬਕਾ ਹੈਲਥ ਮਿਨਿਸਟਰ ਜੀਨ ਯੂਐਸ ਡਿਓਕੋਸ, ਉਹਨਾਂ ਨੇ ਵੀ ਇਹ ਕਿਹਾ ਹੈ ਕਿ ਇਹ ਵਾਰਨਿੰਗ ਲੇਬਲਸ ਦੇ ਨਾਲ ਕਾਫੀ ਜਿਹੜਾ ਹੈ ਇਫੈਕਟ ਪੈਂਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਭਾਜੀ ਕੋਈ ਨਾ ਕੋਈ ਸ਼ਾਇਦ ਇਹਦਾ ਜਿਹੜਾ ਪ੍ਰਭਾਵ ਪੈ ਜਾਵੇ, ਔਰ ਜੇ ਕੋਈ ਵੀ ਇੱਕ ਜ਼ਿੰਦਗੀ ਬਚਦੀ ਹੈ ਜਾਂ ਕੋਈ ਦੇਖ ਕੇ ਕੁਇਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਮੈਂ ਕਹਿੰਦਾ ਇੱਕ ਬਹੁਤ ਵਧੀਆ ਸਟੈਪ ਹੋਊਗਾ ਜੀ। ਨਹੀਂ ਬਹੁਤ ਵਧੀਆ ਜੀ, ਵੈਰੀ ਗੁੱਡ ਜੀ। ਬਿਲਕੁਲ ਭਾਜੀ, ਅਗਲੀ ਜਿਹੜੀ ਖਬਰ ਹੈ ਉਹ ਟਰੈਵਲਿੰਗ ਦੇ ਨਾਲ ਰਿਲੇਟਡ ਹੈ, ਜਿੱਥੇ ਹਮੇਸ਼ਾ ਤੋਂ ਕਿਹਾ ਜਾਂਦਾ ਹੈ ਕਿ ਕੈਨੇਡੀਅਨ ਪਾਸਪੋਰਟ ਜੇ ਹੋਵੇ ਤਾਂ ਤੁਹਾਨੂੰ ਜ਼ਿਆਦਾਤਰ ਵੀਜ਼ਾ ਲੈਣ ਦੀ ਜਾਂ ਪਰਮਿਟ ਲੈਣ ਦੀ ਕਿਤੇ ਲੋੜ ਜ਼ਿਆਦਾ ਨਹੀਂ ਪੈਂਦੀ। ਪਰ ਹੁਣ ਕਹਿੰਦੇ ਨੇ ਕਿ 2024 ਦੇ ਵਿੱਚ ਜੇ ਯੂਰਪ ਤੁਸੀਂ ਐਂਟਰ ਕਰਨਾ ਹੈ ਤੇ ਕਈ ਕੰਟਰੀਜ਼ ਦੇ ਵਿੱਚ ਹੋ ਸਕਦਾ ਹੈ ਕਿ ਪਰਮਿਟ ਦੀ ਲੋੜ ਪੈ ਜਾਵੇ। ਹਾਂ ਬਿਲਕੁਲ ਜੀ। ਅੱਗੇ ਜਦੋਂ ਪਹਿਲਾਂ ਹੁਣ ਤੱਕ ਹੈ ਨਾ, ਜਿਹੜਾ ਤੁਸੀਂ ਕੈਨੇਡੀਅਨ ਪਾਸਪੋਰਟ ਆ ਜੇ ਤੁਹਾਡੇ ਕੋਲੇ, ਤਾਂ ਤੁਸੀਂ ਲੈਟਸ ਸੇ ਇੰਗਲੈਂਡ ਚਲੇ ਜਾਂਦੇ ਆ, ਉੱਥੋਂ ਤੁਸੀਂ ਡਰਾਈਵ ਕਰਕੇ ਜਿਹੜੀਆਂ ਨਾਲ ਛੋਟੀਆਂ-ਛੋਟੀਆਂ ਕੰਟਰੀਆਂ ਜਿਵੇਂ ਫਰਾਂਸ ਹੋ ਗਿਆ, ਗ੍ਰੀਸ ਹੋ ਗਈ, ਉੱਥੇ ਕਿਤੇ ਵੀਜ਼ਾ ਲੈਣ ਦੀ ਲੋੜ ਨਹੀਂ। ਪਰ ਹੁਣ ਜਿਹੜੀ ਇਹ ਨਵੀਂ ਚੇਂਜਸ ਆ ਰਹੀਆਂ, ਉਹਦੇ ਨਾਲ ਜਿਹੜਾ ਵੀਜ਼ਾ ਜੇ ਤੁਸੀਂ ਲੈਣਾ ਪਊਗਾ ਵੀ ਤਾਂ ਉਹ ਕੋਈ ਐਡਾ ਔਖੀ ਗੱਲ ਨਹੀਂ ਹੋਣੀਗੀ, ਸੌਖਾ ਜਿਹਾ ਹੋਊਗਾ। ਉਹਦੇ 'ਚ ਜਿਹੜੀਆਂ ਕੰਟਰੀਆਂ ਹੈਗੀਆਂ ਫਰਾਂਸ, ਗ੍ਰੀਸ, ਪੁਰਤਗਾਲ, ਸਵਿਟਜ਼ਰਲੈਂਡ, ਇਹ ਜਿਹੜੀਆਂ ਕੰਟਰੀਆਂ, ਯੂਕੇ ਨਹੀਂ, ਯੂਨਾਈਟਿਡ ਕਿੰਗਡਮ ਨਹੀਂ ਇੱਥੇ ਪਾਇਆ, ਤੁਸੀਂ ਯੂਕੇ ਹੁਣੇ ਵੀ ਫ੍ਰੀਲੀ ਜਾ ਸਕਦੇ ਹੋ। ਔਰ ਕਿਹਾ ਹੈ ਕਿ ਇਹ ਜਿਹੜੀ ਐਪਲੀਕੇਸ਼ਨ ਹੈ ਤੁਹਾਨੂੰ ਭਰਨੀ ਪੈਣੀ ਹੈ ਇੱਕ ਛੋਟੀ ਜੀ ETIAS ਵੈਬਸਾਈਟ ਤੋਂ, ਜਿਹੜੀ ਕਿ ਯੂਰੋਪੀਅਨ ਉਹਦੇ ਨਾਲ ਯੂਰੋਪੀਅਨ ਟਰੈਵਲ ਇਨਫੋਰਮੇਸ਼ਨ ਆਥੋਰਾਈਜ਼ੇਸ਼ਨ ਸਿਸਟਮ ਇਹਦਾ ਫੁੱਲ ਫਾਰਮ ਹੈ। ਤੇ ਇੱਥੇ ਤੁਹਾਨੂੰ 7 ਯੂਰੋ ਜਾਂ ਫਿਰ ਜਿਹੜੇ 10 ਕੈਨੇਡੀਅਨ ਡਾਲਰਸ ਨੇ ਉਹ ਲੱਗਣੇ ਨੇ, ਔਰ ਕੁਝ ਮਿੰਟਾਂ ਦੇ ਵਿੱਚ ਕੈਨੇਡੀਅਨਸ ਦੀ ਜਿਹੜੀ ਐਪਲੀਕੇਸ਼ਨ ਹੈ ਉਹ ਪੂਰੀ ਹੋ ਜਾਏਗੀ ਜੀ। ਮੈਨੂੰ ਲੱਗਦਾ ਭਾਜੀ $10 ਹਰ ਐਪਲੀਕੇਸ਼ਨ ਕਮਾਉਣ ਦਾ ਇੱਕ ਸਿੰਪਲ ਜੀ ਫਾਰਮੈਲਿਟੀ ਉਹਨਾਂ ਨੇ ਕਰੀ ਹੈ। ਮੇਰਾ ਖਿਆਲ ਸਿਰਫ ਟਰੈਕ ਕਰਨ ਨੂੰ ਵੀ ਕੌਣ ਆਉਂਦਾ ਕੌਣ ਨਹੀਂ ਆਉਂਦਾ, ਉਹਨੂੰ ਆਪਦਾ ਜਿਹੜਾ ਹੈਗਾ। ਪਰ ਇਹਦੇ ਨਾਲ ਰੈਵਨਿਊ ਬੜਾ ਜਨਰੇਟ ਹੋਣਾ ਜੀ। ਹਾਂ ਰੈਵਨਿਊ ਜਨਰੇਟ ਹੋਣਾ, ਪਰ ਜਦੋਂ ਤੁਸੀਂ ਖਰਚੇ ਵੀ ਹੋਣੇ ਉਹਨਾਂ ਦੇ। ਹਾਂਜੀ, ਤੁਸੀਂ ਸਪੇਨ ਤੋਂ ਫਰਾਂਸ ਜਾਣਾ ਜੀ ਬਾਈ ਰੋਡ, ਉੱਥੇ ਕੋਈ ਬਾਰਡਰ ਤੇ ਕੁਝ ਨਹੀਂਗਾ। ਜਦੋਂ ਹੁਣ ਜੇ ਵੀਜ਼ਾ ਲੱਗੂਗਾ ਤੇ ਉੱਥੇ ਫਿਰ ਉਹਨਾਂ ਨੂੰ ਬੈਰੀਅਰਸ ਲਾਉਣੇ ਪੈਣਗੇ, ਉੱਥੇ ਬੰਦੇ ਬਿਠਾਉਣਗੇ ਤਾਂ ਹੀ ਚੈੱਕ ਕਰਨਗੇ। ਬਿਲਕੁਲ ਚੈੱਕ ਵੀ ਕਰਨਗੇ, ਜਾਂ ਫਿਰ ਤੁਹਾਡੇ ਜਿਵੇਂ ਤੁਹਾਨੂੰ ਜਾਣ ਦੇਣਗੇ, ਆਉਣ ਜਾਣ ਦੇਣਗੇ, ਪਰ ਜੇ ਤੁਹਾਨੂੰ ਤੋਂ ਡਾਕੂਮੈਂਟ ਮੰਗ ਲਿਆ ਤਾਂ ਤੁਹਾਨੂੰ ਸ਼ਾਇਦ ਹਾਂ ਇਹ ਵੀ ਹੋ ਸਕਦਾ ਹੈ। ਉਹ ਕਹਿੰਦੇ ਨੇ ਬਹੁਤ ਸਿੰਪਲ ਹੈ ਜੀ, ਤੁਹਾਡਾ ਪਾਸਪੋਰਟ ਨੰਬਰ ਹੋਣਾ ਜੀ ਉਹਦੇ ਚ ਸਭ ਤੋਂ ਵੱਡਾ ਜਿਹੜਾ, ਉਸ ਤੋਂ ਬਾਅਦ ਤੁਹਾਡਾ ਐਡਰੈਸ ਜਿੱਥੇ ਤੁਸੀਂ ਰਹਿਣਾ ਹੈ, ਕਿੰਨੀ ਕੁ ਦੇਰ ਰਹਿਣਾ ਹੈ, ਕਿ ਤੁਸੀਂ ਇਦਾਂ ਦੀ ਜਿਹੜੀ ਗੱਲਾਂ ਇੱਥੇ ਇਮੀਗ੍ਰੇਸ਼ਨ ਤੇ ਨਹੀਂ ਪੁੱਛਦੇ ਹੁੰਦੇ, ਜਦੋਂ ਟੂਰਿਸਟ ਵੀਜ਼ਾ ਹੁੰਦਾ ਉਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੋਣਗੀਆਂ।
ਔਰ ਐਕਸਪਰਟਸ ਦਾ ਕਹਿਣਾ ਹੈ ਕਿ ਬਹੁਤ ਵੱਡੀ ਕੋਈ ਐਸੀ ਗੱਲ ਨਹੀਂ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਕੈਨੇਡੀਅਨਸ ਨੂੰ ਇੱਕ ਹੈਸਲ ਜਿਹੜੀ ਹੈ ਉਹ ਜ਼ਰੂਰ ਆਊਗੀ। ਔਰ ਹੋ ਸਕਦਾ ਹੈ, ਕਈਆਂ ਐਕਸਪਰਟਸ ਨੇ ਕਿਹਾ ਕਿ ਇੱਕ ਤਰ੍ਹਾਂ ਤੋਂ ਟੂਰਿਜ਼ਮ ਘਟ ਵੀ ਜਾਵੇ, ਕਿ ਲੋਕ ਕਹਿੰਦੇ ਨੇ ਛੱਡ ਯਾਰ ਉਹ ਡਾਕੂਮੈਂਟ ਜਾਂ ਭਰਨਾ ਪੈਣਾ। ਉਹ ਮੇਰਾ ਖਿਆਲ ਥੋੜਾ ਬਹੁਤਾ ਫਰਕ ਪਊਗਾ, ਪਰ ਇੰਨਾ ਬਹੁਤਾ ਨਹੀਂ ਪੈਣਾ। ਦੇਖੋ ਕੈਨੇਡੀਅਨ ਹੈ ਨਾ ਜਿਹੜੇ, ਜਦੋਂ ਤੁਸੀਂ ਕੈਨੇਡੀਅਨ ਪਾਸਪੋਰਟ ਆ ਤੁਹਾਡੇ ਕੋਲੇ, ਦੁਨੀਆ ਦੇ ਵਿੱਚ ਸਭ ਤੋਂ ਮੇਰਾ ਖਿਆਲ ਜੇ ਆਪਾਂ ਦੇਖੀਏ ਤਾਂ ਜਿੰਨਾ ਕੈਨੇਡੀਅਨ ਟਰੈਵਲ ਕਰ ਸਕਦੇ ਆ ਜਿੰਨੀਆਂ ਕੰਟਰੀਆਂ 'ਚ, ਈਵਨ ਅਮਰੀਕਾ ਨਹੀਂ ਕਰ ਸਕਦੇ ਜੀ। ਕੈਨੇਡੀਅਨ ਨੂੰ ਬਹੁਤ ਵਧੀਆ ਓਪਰਚੁਨਿਟੀ ਹੈ। ਤੁਸੀਂ ਕਿਤੇ ਵੀ ਜਾਣਾ ਨਾ, ਬਹੁਤ ਰੇਅਰਲੀ ਤੁਹਾਨੂੰ ਵੀਜ਼ਾ ਲੈਣਾ ਪੈਂਦਾ। ਜੀ ਜੀ ਬਿਲਕੁਲ। ਔਰ ਇਹ ਕਿਹਾ ਹੈ ਕਿ ਇਕੱਲਾ ਕੈਨੇਡਾ ਨਹੀਂ, ਇਹ ਜਿਹੜੇ ਨਵੇਂ ਰੂਲ ਨੇ ਉਹ 60 ਹੋਰ ਕੰਟਰੀਆਂ ਨੂੰ ਮੰਨਣੀਆਂ ਪੈਣਗੀਆਂ, ਜਿਸ ਦੇ ਵਿੱਚ US ਵੀ ਹੈ ਭਾਜੀ, ਯੂਨਾਈਟਿਡ ਸਟੇਟਸ ਵੀ ਹੈਗਾ, ਮੈਕਸੀਕੋ ਵੀ ਹੈ, ਯੂਨਾਈਟਿਡ ਕਿੰਗਡਮ ਵੀ ਹੈ, ਆਸਟ੍ਰੇਲੀਆ ਵੀ ਹੈ, ਜਾਪਾਨ। ਮੈਂ ਯੂਨਾਈਟਿਡ ਕਿੰਗਡਮ ਦਾ ਨਾਮ ਤਾਂ ਥੋੜਾ ਜਿਹਾ ਹੈਰਾਨੀ ਨਾਲ ਪੜ੍ਹ ਰਿਹਾ ਕਿਉਂਕਿ ਪਹਿਲਾਂ ਯੂਰੋਪੀਅਨ ਯੂਨੀਅਨ ਦੇ ਉਹ ਹਿੱਸਾ ਸੀਗਾ ਜੀ। ਸੋ ਹੁਣ ਜਦ ਤੋਂ ਅੱਡ ਹੋਏ ਨੇ ਤੇ ਉਹਨਾਂ ਨੂੰ ਵੀ ਹੁਣ ਪਰਮਿਸ਼ਨ ਚਾਹੀਦੀ ਹੋਣੀ ਹੈ, ਜਾਂ ਇੱਕ ਫਾਰਮ ਭਰਨਾ ਪੈਣਾ, ਜੋ ਪਹਿਲਾਂ ਬਿਲਕੁਲ ਇੱਕ ਲੋਕਲ। ਐਕਚੁਅਲੀ ਇਹਨਾਂ ਨੇ ਕੀ ਕਰਿਆ ਨਾ, ਜਿਹੜੇ ਜੋ ਕੁਈਨ ਦੇ ਥੱਲੇ ਸੀ ਕੰਟਰੀਜ਼, ਹਾਂਜੀ, ਉਹਨਾਂ ਨੂੰ ਮੇਰਾ ਖਿਆਲ ਕਰਿਆ ਹੋਣਾ। ਹਾਂਜੀ, ਹੋ ਸਕਦਾ ਜੀ, ਇੱਕ ਕਾਮਨਵੈਲਥ ਜਿਹਨੂੰ ਆਪਾਂ ਕਹਿੰਦੇ ਆ। ਐਗਜ਼ੈਕਟਲੀ। ਸੋ ਜਿਹੜੇ ਯੂਰਪ ਦੇ ਵਿੱਚ ਕੁਝ ਕੰਟਰੀਜ਼ ਆ ਉਹ ਕੁਈਨ ਦੇ ਥੱਲੇ ਨਹੀਂ ਸੀਗੇ, ਜਾਂ ਬ੍ਰਿਟਿਸ਼ ਦੇ ਥੱਲੇ ਨਹੀਂ ਸੀ, ਪਰ ਜਿਵੇਂ ਕੈਨੇਡਾ ਬ੍ਰਿਟਿਸ਼ ਦੇ ਅੰਡਰ ਸੀ, ਇੰਡੀਆ ਬ੍ਰਿਟਿਸ਼ ਦੇ ਅੰਡਰ ਸੀ, ਰਾਈਟ। ਸੋ ਉੱਥੇ ਥੋੜਾ ਬਹੁਤਾ ਇਫੈਕਟ ਹੋਊਗਾ। ਇੰਡੀਆ ਵਾਲੇ ਦਾ ਨਾਮ ਨਹੀਂ, ਕਿਉਂਕਿ ਉਹਨਾਂ ਨੂੰ ਫਾਰਮ ਨਹੀਂ, ਉਹਨਾਂ ਤੋਂ ਬਹੁਤ ਕੁਝ ਭਰਨਾ ਪੈਂਦਾ ਜੀ ਜਾਣ ਲਈ। ਸੋ ਉਹਨਾਂ ਨੂੰ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ, ਰੂਲਸ ਪਹਿਲਾਂ ਵੀ ਉਹਨਾਂ ਲਈ ਉਹੀ ਸੀ, ਹੁਣ ਵੀ ਉਹੀ ਰਹਿਣੇ ਆ। ਤੇ ਮੈਨੂੰ ਲੱਗਦਾ ਕਿ ਟੂਰਿਸਟ ਵੀਜ਼ਾ ਬਹੁਤ ਔਖਾ ਲੱਗਦਾ ਜੀ ਉੱਥੋਂ। ਸੋ ਮੈਨੂੰ ਉੱਥੋਂ ਦਾ ਤਾਂ ਨਹੀਂ ਕਿਹਾ ਇਹਨਾਂ ਨੇ, ਪਰ 60 ਕੰਟਰੀਜ਼ ਜਿਹੜੀ ਨੇ ਇਹਦੇ ਨਾਲ ਇਫੈਕਟ ਹੋ ਰਹੀਆਂ ਨੇ। ਔਰ ਯੂਰੋਪੀਅਨ ਐਪਲੀਕੇਸ਼ਨ ਪ੍ਰੋਸੈਸ ਜਿਹੜਾ ਹਜੇ ਆਨਲਾਈਨ ਓਪਨ ਨਹੀਂ ਕੀਤਾ ਗਿਆ, ਪਰ ਇਹ ਜਿਹੜੇ ਨੇ ਨਵੇਂ ਰੂਲਸ ਨੇ ਉਹ ਜਿਹੜੇ ਨੇ ਇਫੈਕਟ ਦੇ ਵਿੱਚ ਆਣਗੇ 2024 ਦੇ ਵਿੱਚ। ਸੋ ਇਸ ਦੇ ਵਿੱਚ ਕੋਈ ਚੇਂਜਸ ਜੇ ਹੋਣਗੇ ਜਾਂ ਕੁਝ ਵੀ ਹੋਏਗਾ, ਜੋ ਵੀ ਅਪਡੇਟ ਹੋਏਗੀ ਉਹ ਆਨਲਾਈਨ ਲੋਕਾਂ ਤੱਕ ਪਹੁੰਚ ਜਾਏਗੀ, ਔਰ ਸਾਡੇ ਤੱਕ ਪਹੁੰਚੇਗੀ, ਅਸੀਂ ਜ਼ਰੂਰ ਤੁਹਾਡੇ ਤੱਕ ਪਹੁੰਚਾ ਦੇਵਾਂਗੇ ਜੀ। ਬਿਲਕੁਲ। तो भाजी ਮੈਨੂੰ ਲੱਗਦਾ ਸਮਾਂ ਹੋ ਗਿਆ ਹੈ ਸ਼ੇਰੋ ਸ਼ਾਇਰੀ ਦਾ, ਔਰ ਟੂ ਸੀਟਰ ਦਾ, ਉਹੀ ਮੈਂ ਕਹਿ ਰਿਹਾ। ਸੋ ਉਹਦਾ ਆਪਾਂ ਇੰਜਨ ਕਰਦੇ ਆ ਜੀ ਔਨ। ਸੋ ਸਟਾਰਟ ਕਰੋ। ਸੋ ਪਹੁੰਚਣ ਦੀ ਕਰਦੇ ਆ ਤਿਆਰੀ। ਜਹਾਜ਼ ਜਿਹੜਾ ਹਵਾ ਦੇ ਵਿੱਚ ਆਲਰੇਡੀ ਆ ਚੁੱਕਿਆ, ਬਦਲਾਂ ਤੋਂ ਗੁਜ਼ਰਦਾ ਹੋਇਆ, ਸੋਹਣੀ ਵਾਦੀਆਂ ਤੋਂ ਗੁਜ਼ਰਦਾ ਹੋਇਆ ਸਾਡਾ ਜਿਹੜਾ ਜੈਟ ਉਹ ਪਹੁੰਚ ਰਿਹਾ ਜੀ ਪੰਜਾਬ। ਪਰ ਉਸ ਤੋਂ ਪਹਿਲਾਂ ਸਾਨੂੰ ਸੁਰੀਤਮ ਕੀ ਸ਼ਾਇਰੀ, लाल डायरी, सुरीतम की शायरी फ्रॉम लाल डायरी। इरशाद भाई, इरशाद। ठीक है। अच्छा शवि जी, लाल डायरी कह रही है, मैं नहीं कह रहा। तुसी हमेशा जी लाल डायरी कह रही है। ना मैं ओनू पा सकिया, अच्छा, ना मैं ओनू पा सकिया, ना मैं रब नू पा सकिया। हाय हाय क्या बात। ना मैं ओनू पा सकिया, ना मैं रब नू पा सकिया, ਇਸ ਜ਼ਿੰਦਗੀ ਦੀ ਭੀੜ ਵਿੱਚ ਮੈਂ ਆਪਣੇ ਆਪ ਨੂੰ ਨਾ ਪਾ ਸਕਿਆ। ਕਿਆ ਬਾਤ ਹੈ, ਕਿਆ ਬਾਤ ਹੈ। ਆਪਣੇ ਆਪ ਨੂੰ ਤੁਸੀਂ ਨਹੀਂ ਪਾ ਸਕੇ, ਪਰ ਜਿਹਨੂੰ ਤੁਸੀਂ ਪਾਣਾ ਚਾਹੁੰਦੇ ਹੋ, ਮੈਨੂੰ ਲੱਗਦਾ ਉਹਨਾਂ ਤੱਕ ਤਾਂ ਇਹ ਗੱਲ ਪਹੁੰਚ ਗਈ ਹੈ, ਜੋ ਸਾਡੇ ਵਿਊਅਰਸ ਨੇ ਭਾਜੀ। ਨਾਲ ਹੀ ਮੈਂ ਕਹਿ ਦਵਾਂ। ਹਾਂ ਬਿਲਕੁਲ ਬਿਲਕੁਲ, ਬਹੁਤ ਵਧੀਆ। ਨਹੀਂ ਬਿਲਕੁਲ ਜੀ, ਥੋੜੀ ਬਹੁਤੀ ਉਂਗਲ ਲਾਈ ਰਿਹਾ ਕਰੋ। ਉਹਦਾ ਹੀ ਭਾਈ, ਉਹਦਾ ਹੀ ਕਹਿ ਲਓ, ਇੱਕ ਮਜ਼ਾ ਹੈ ਆਪਣਾ। ਸੋ ਇਸੇ ਕਹਿ ਲਓ ਕਿ ਹਾਸੇ ਮਜ਼ਾਕ ਦੇ ਵਿੱਚ ਅਸੀਂ ਪਹੁੰਚ ਤਾਂ ਗਏ ਹਾਂ। ਔਰ ਹਾਸਾ ਮਜ਼ਾਕ ਸਿਰਫ ਸਾਡੇ ਵਿੱਚ ਨਹੀਂ, ਹਾਸਾ ਮਜ਼ਾਕ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਅੱਜ ਕੱਲ੍ਹ ਭਾਈ ਚੱਲ ਰਿਹਾ। ਜਿੱਥੇ ਪਹਿਲਾਂ ਮਨਪ੍ਰੀਤ ਬਾਦਲ ਸਾਹਿਬ ਨੇ ਮਾਨ ਸਾਹਿਬ ਨੂੰ, ਯਾਨੀ ਕਿ CM ਸਾਹਿਬ ਨੂੰ ਕੁਛ ਨਾ ਕੁਛ ਕਹਿਤਾ ਸੀ, ਔਰ ਸ਼ੇਰੋ ਸ਼ਾਇਰੀ ਵੀ ਪੇਸ਼ ਕੀਤੀ ਸੀ। ਔਰ ਹੁਣ ਮਾਨ ਸਾਹਿਬ ਨੇ ਕਹਿੰਦੇ ਨਾ ਕਰਾਰਾ ਬਟ ਯੈਟ ਕਾਮਿਕਲ ਵੇ, ਆਪਣੇ ਸਟੈਂਡ ਅਪ ਕਾਮੇਡੀ ਦੇ ਉਹਦੇ ਵਿੱਚ ਆ ਕੇ ਉਹਨਾਂ ਨੇ ਜਵਾਬ ਦਿੱਤਾ। ਸੋ ਕੀ ਹੈ ਜਵਾਬ? ਦੇਖੋ ਮਾਨ ਸਾਹਿਬ ਹੈ ਨਾ ਜਿਹੜਾ ਸ਼ਵੀ ਜੀ, ਉਹ ਸ਼ੁਰੂ ਤੋਂ ਕਹਿੰਦੇ ਆ ਰਹੇ ਆ ਵੀ ਜਿਹਨੇ ਵੀ ਕਿਸੇ ਨੇ ਜੀ ਜਿਹੜਾ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕਰੀ ਆ ਜੀ, ਚਾਹੇ ਉਹ 1 ਰੁਪਈਆ ਹੋਵੇ, ਚਾਹੇ ਉਹ 1 ਕਰੋੜ ਹੋਵੇ ਜੀ, ਉਹਨੂੰ ਛੱਡਣਾ ਨਹੀਂ ਅਸੀਂ ਜੀ, ਉਹ ਤੋਂ ਹਿਸਾਬ ਕਿਤਾਬ ਲਵਾਂਗੇ ਜੀ। ਉਹ ਇਹ ਨਹੀਂ, ਉਹ ਕਹਿੰਦੇ ਵੀ ਮੈਂ ਨਹੀਂ ਛੱਡਣਾ, ਉਹ ਗੌਰਮੈਂਟ ਦੀ ਗੱਲ ਕਰਦੇ, ਪੰਜਾਬ ਗੌਰਮੈਂਟ ਜੀ, ਜਿਹੜਾ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ। ਜੇ ਆਪਾਂ ਦੇਖੀਏ ਪਹਿਲਾਂ
ਹੁਣ ਤੱਕ ਕਦੇ ਅਕਾਲੀ ਗਵਰਨਮੈਂਟ ਬਣ ਗਈ, ਕਦੇ ਕਾਂਗਰਸ ਬਣ ਗਈ, ਕਦੇ ਅਕਾਲੀ ਹੋ ਗਏ, ਕਦੇ ਕਾਂਗਰਸ ਬਣ ਗਏ। ਅਕਾਲੀਆਂ ਨੂੰ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਵਾਰੀ ਗਵਰਨਮੈਂਟ ਸੀਗੀ, ਉਹਨਾਂ ਨੂੰ ਜੇਲ੍ਹ 'ਚ ਪਾਇਆ। ਜਦੋਂ ਅਕਾਲੀ ਆਉਂਦੇ ਆ ਉਹਨਾਂ ਨੂੰ ਜੇਲ੍ਹ 'ਚ ਪਾ ਦਿੰਦੇ ਆ, ਮਗਰੋਂ ਕਰਾ ਕੇ ਉਹ ਜਿਹੜਾ ਮਾਮਲਾ ਰਫਾ ਦਫਾ ਕਰ ਦਿੰਦੇ। ਜੀ 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 ਬਿਲਕੁਲ। ਹੁਣ ਇਹ ਹੈਗਾ ਤੀਜਾ ਬਦਲਾਅ। ਇਹਨਾਂ ਦੀ ਕਿਸੇ ਨਾਲ ਲਿਹਾਜ਼ ਨਹੀਂ, ਕਿਸੇ ਨਾਲ ਇਹਨਾਂ ਦੀ ਡੀਲ ਨਹੀਂ। ਜੀ ਜੀ, ਉਹ ਪਹਿਲਾਂ ਹੀ ਕਹਿੰਦੇ ਸੀ ਅਸੀਂ ਬਹੁਤ ਕੁਝ ਕਰਨਾ ਜੀ ਇਸ ਪਾਸੇ। ਹਾਂਜੀ, ਤੇ ਲੋਕ ਦੇਖੋ, ਜੇ ਆਮ ਲੋਕਾਂ ਦੀ ਗੱਲ ਕਰੀਏ ਨਾ, ਲੋਕ ਖੁਸ਼ ਆ। ਲੋਕ ਖੁਸ਼ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਜਿਹੜੀ ਜਲੰਧਰ ਚੋਣ ਹੋਈ ਆ, ਤੇ ਬਾਕੀ ਹੋਰ 5-6 ਮਹੀਨੇ ਆ, 2024 ਦੀ ਆ ਜਿਹੜੀ ਇਲੈਕਸ਼ਨ ਹੋਣੀ ਆ ਸੈਂਟਰ ਵਾਲੀ, ਉੱਥੇ ਪਤਾ ਲੱਗ ਜਾਣਾ ਕੀ ਹੁੰਦਾ। ਜੀ ਜੀ ਜੀ। ਹੁਣ ਮਾਨ ਸਾਹਿਬ ਕਹਿੰਦੇ ਆ ਬਾਦਲ ਸਾਹਿਬ ਨੂੰ, ਜੀ ਜਿਹੜੀ ਬਾਦਲ ਸਾਹਿਬ, ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਸੱਦਿਆ ਸੀ, ਜੀ ਉਹਨਾਂ ਦੀ 4-5 ਘੰਟੇ ਮੀਟਿੰਗ ਚੱਲੀ, ਤੇ ਮੀਟਿੰਗ ਤੋਂ ਬਾਅਦ ਉਹਨਾਂ ਨੇ ਆ ਕੇ ਪ੍ਰੈਸ ਕਾਨਫਰੰਸ ਕਰੀ। ਪ੍ਰੈਸ ਕਾਨਫਰੰਸ ਦੇਖੋ, ਉਹਨਾਂ ਨੇ ਟਾਰਗੇਟ ਕਰੇ 2 ਬੰਦੇ, ਇੱਕ ਭਗਵੰਤ ਮਾਨ ਸਾਹਿਬ ਤੇ ਦੂਜਾ ਰਾਜਾ ਜੀ ਵੜਿੰਗ ਸਾਹਿਬ। ਜੀ, ਉਹਨਾਂ ਨੇ ਵੀ ਜਵਾਬ ਦਿੱਤਾ ਹੈ ਹੁਣੇ, ਉਹਨਾਂ ਨੇ ਵੀ ਜਵਾਬ ਦਿੱਤਾ, ਇਹਨੇ ਵੀ ਜਵਾਬ ਦਿੱਤਾ। ਹਾਲਾਂਕਿ ਜਿਹੜੀ ਉਹ ਕੰਪਲੇਨ ਸੀਗੀ ਉਹ ਇਹਨਾਂ ਦੋਨਾਂ ਦੀ ਨਹੀਂ ਸੀ। ਹਾਂਜੀ ਹਾਂਜੀ, ਉਹ ਇੱਕ ਤੀਸਰੇ ਬੰਦੇ ਦੀ ਸੀ, ਉਹ ਵੀ ਇਸ ਟਾਈਮ ਬੀਜੇਪੀ ਦੇ। ਜੀ 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 ਬਿਲਕੁਲ। ਦੇਖੋ, ਗੱਲ ਇੱਥੇ ਆਉਂਦੀ ਆ, ਜਿਹੜੀ ਮਾਨ ਸਾਹਿਬ ਨੇ ਹੁਣ ਜਵਾਬ ਦਿੱਤੀ ਆ ਨਾ, ਆਪਾਂ ਪੂਰੇ ਡਿਟੇਲ 'ਚ ਨਹੀਂ ਜਾਂਦੇ, ਆਪਾਂ ਗੱਲ ਉੱਥੇ ਆਉਂਦੇ ਆ। ਤੇ ਜਿਹੜਾ ਮਾਨ ਸਾਹਿਬ ਨੇ ਜਵਾਬ ਦਿੱਤਾ, ਉਹ ਕਹਿੰਦੇ ਆ ਵੀ ਜਿਹੜੇ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਬਹੁਤਾ ਨਾ ਇਹੋ ਜਿਹੀਆਂ ਗੱਲਾਂ ਕਰੋ, ਇਹਨੂੰ ਬੰਦ ਕਰਕੇ ਰੱਖੋ। ਜੇ ਤੁਸੀਂ ਏਦਾਂ ਹੀ ਜਵਾਬ ਦਓਗੇ ਜਾਂ ਮੀਡੀਆ 'ਚ ਜਾਓਗੇ ਤਾਂ ਬਹੁਤ ਕੁਝ ਹੋਰ ਨਿਕਲ ਆਉਣਾ, ਪੁਰਾਣੀਆਂ ਗੱਲਾਂ, ਪੁਰਾਣੀਆਂ ਨਿਕਲ ਆਉਣੀਆਂ ਬਹੁਤ। ਉਹ ਇਹ ਦੋਨਾਂ ਨੇ ਇਕੱਠਿਆਂ ਨੇ ਕੰਮ ਕਰਿਆ ਇੱਕੋ ਪਾਰਟੀ ਦੇ ਵਿੱਚ, ਇੱਕੋ ਪਾਰਟੀ 'ਚ। ਜਦੋਂ ਮਨਪ੍ਰੀਤ ਬਾਦਲ ਨੇ PPP ਪਾਰਟੀ ਬਣਾਈ ਆ, ਉਦੋਂ ਭਗਵੰਤ ਮਾਨ ਮੇਨ, ਮਨਪ੍ਰੀਤ ਬਾਦਲ ਤੋਂ ਬਾਅਦ ਪਾਰਟੀ ਦਾ ਮੇਨ ਚਿਹਰਾ ਸੀਗਾ ਜੀ। ਤੇ ਮਾਨ ਸਾਹਿਬ ਨੇ ਇੱਥੋਂ ਤੱਕ ਵੀ ਕਹਿਤਾ ਵੀ ਮਨਪ੍ਰੀਤ ਬਾਦਲ ਜਿਹੜਾ ਡਰਾਮੇਬਾਜ਼ ਆ, ਬਹੁਤ ਵੱਡਾ। ਤੇ ਮਨਪ੍ਰੀਤ ਬਾਦਲ ਕਹਿੰਦੇ ਆ ਵੀ ਭਗਵੰਤ ਮਾਨ ਵੀ ਡਰਾਮੇਬਾਜ਼ ਆ, ਪਹਿਲਾਂ ਵੀ ਸੀਗਾ, ਹੁਣ ਵੀ ਆ। ਤੇ ਮਾਨ ਸਾਹਿਬ ਕਹਿੰਦੇ ਵੀ ਜੇ ਮੈਂ ਪਹਿਲਾਂ ਸੀਗਾ ਡਰਾਮੇਬਾਜ਼, ਤੇ ਤੁਸੀਂ ਮੈਨੂੰ ਪਾਰਟੀ ਦਾ ਏਡਾ ਵੱਡਾ ਅਹੁਦਾ ਕਾਹਤੋਂ ਦਿੱਤਾ? ਬਿਲਕੁਲ ਸਹੀ, ਡਰਾਮੇਬਾਜ਼ ਨੂੰ ਕਿਉਂ ਦਿੱਤਾ? ਹਾਂ, ਬਿਲਕੁਲ ਸਹੀ ਗੱਲ। ਤੇ ਉਹ ਦੂਜੇ ਪਾਸੇ ਮਾਨ ਸਾਹਿਬ ਕਹਿੰਦੇ ਆ ਵੀ ਜੇ ਮੈਨੂੰ ਪਤਾ ਹੁੰਦਾ ਨਾ, ਜੋ ਮੈਨੂੰ ਹੁਣ ਪਤਾ ਜੀ ਮਨਪ੍ਰੀਤ ਬਾਦਲ ਬਾਰੇ, ਮੈਂ ਬਿਲਕੁਲ ਉਸ ਪਾਰਟੀ 'ਚ ਨਾ ਜਾਂਦਾ। ਕਹਿੰਦਾ ਮੈਨੂੰ ਲੱਗਦਾ ਸੀਗਾ ਵੀ ਇਹ ਬਹੁਤ ਸਿੰਸੀਅਰ ਆ, ਇਮਾਨਦਾਰ ਆ, ਪਰ ਜਦੋਂ ਮੈਂ ਨਾਲ ਕੰਮ ਕਰਨ ਲੱਗਿਆ ਨਾ, ਹੌਲੀ 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 ਪਤਾ ਲੱਗਿਆ ਵੀ ਕਿੱਡਾ ਕੁ ਵੱਡਾ ਡਰਾਮੇਬਾਜ਼ ਆ ਮਨਪ੍ਰੀਤ ਬਾਦਲ। ਜੀ ਜੀ ਜੀ, ਇਹ ਡਰਾਮਾ ਕਰਦੇ ਰਹੇ ਆ ਸਾਰੇ ਜਾਣੇ। ਬਾਦਲ, ਸੁਖਬੀਰ ਬਾਦਲ ਵੀ ਆ ਉਹਦੇ 'ਚ, ਤੇ ਸੁਖਬੀਰ ਬਾਦਲ ਦੀ ਵਾਈਫ ਹਰਸਿਮਰਤ ਬਾਦਲ, ਇੱਕ ਦੂਜੇ ਦੇ ਆਪੋਜ਼ਿਟ ਬੋਲਦੇ, ਗਲਤ ਬੋਲਦੇ, ਲੋਕਾਂ ਨੂੰ ਦਿਖਾਵਾ ਵੀ ਅਸੀਂ ਇੱਕ ਦੂਜੇ ਨਾਲ ਬੋਲਦੇ ਨਹੀਂ, ਪਰ ਅੰਦਰੋਂ ਅੰਦਰੀ ਇਹ ਗੱਲਾਂ ਬਾਤਾਂ ਆਪ ਸਾਰਾ ਕਰਦੇ ਰਹੇ ਆ। ਜੀ ਜੀ, ਉਹ ਰੌਲਾ ਇੱਥੋਂ ਪਿਆ ਜਿਹੜਾ ਅਮਰਿੰਦਰ ਸਿੰਘ ਨੇ ਵੀ ਕਿਹਾ, ਜਦੋਂ ਉਹਨਾਂ ਨੇ ਬਠਿੰਡੇ ਇਲੈਕਸ਼ਨ ਲੜੀ ਸੀ, ਤੇ ਇਹਨੇ ਮਨਪ੍ਰੀਤ ਬਾਦਲ ਨੇ ਰਾਤ ਨੂੰ ਦਿਨੇ ਜੋ ਵੀ ਆ ਲੁੱਕ ਕੇ ਵੱਡੇ ਬਾਦਲ ਸਾਹਿਬ ਨਾਲ ਵੀ ਮੀਟਿੰਗਾਂ ਕਰੀਆਂ, ਤੇ ਹਰਾਉਣ 'ਚ ਬਹੁਤ ਜ਼ੋਰ ਲਾਇਆ ਕਿ ਆਪਾਂ ਜਾਣੇ ਵਾਪਸ ਭਗਵੰਤ ਮਾਨ ਤੇ। ਭਗਵੰਤ ਮਾਨ ਕਹਿੰਦੇ ਆ ਵੀ ਜੋ ਤੁਸੀਂ ਕਰਿਆ ਜੀ, ਮਨਪ੍ਰੀਤ ਬਾਦਲ ਨੂੰ ਕਹਿੰਦੇ ਆ ਜੋ ਤੁਸੀਂ ਕਰਿਆ, ਜਿਹੜੀ ਪਾਰਟੀਆਂ ਨਾਲ ਤੁਸੀਂ ਜੋ ਕਰਿਆ ਜੀ, ਉਹ ਸਾਰਾ ਕੁਝ ਬਾਹਰ ਲਿਆਵਾਂਗੇ। ਹੁਣ ਇਹਦੀਆਂ ਜਿਹੜੀਆਂ ਮੁਸ਼ਕਲਾਂ ਹੈ ਨਾ, ਹਾਂਜੀ, ਇਹ ਵੱਧਦੀਆਂ ਲੱਗਦੀਆਂ, ਤੇ ਨਾਲ ਦੀ ਨਾਲ ਜਿਹੜਾ ਮੈਨੂੰ ਲੱਗਦਾ ਹੌਲੀ 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 ਹੌਲੀ
ਸੁਖਬੀਰ ਬਾਦਲ ਵੱਲ ਨੂੰ ਵੀ ਥੋੜਾ ਜਿਹਾ ਇਸ਼ਾਰਾ ਹੋ ਰਿਹਾ ਜੀ, ਹੋ ਰਿਹਾ। ਇਹ ਮੈਨੂੰ ਲੱਗਦਾ ਨਾਲੇ ਮਾਨ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜੀ ਪਾਰਟੀ 'ਚ ਰਹੇ ਹੋ, ਜਦੋਂ ਪਾਵਰ 'ਚ ਸੀਗੀਆਂ, ਮੁਗਲਾਂ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਕੁਝ ਉਹਨਾਂ ਨੇ ਤਾਮਝਾਮ ਉਹ ਵੀ ਦੇਖੋ। ਉਹ ਕਹਿੰਦੇ ਆ ਵੀ ਜਦੋਂ ਮੁਗਲਾਂ ਦਾ ਰਾਜ ਸੀ ਉਦੋਂ ਤੁਸੀਂ ਮੁਗਲਾਂ ਨਾਲ ਸੀ, ਜਦੋਂ ਗੋਰਿਆਂ ਦਾ ਰਾਜ ਸੀ ਉਦੋਂ ਤੁਸੀਂ ਗੋਰਿਆਂ ਨਾਲ ਸੀ, ਜਦੋਂ ਅਕਾਲੀਆਂ ਦਾ ਰਾਜ ਸੀ ਉਦੋਂ ਤੁਸੀਂ ਅਕਾਲੀਆਂ ਨਾਲ ਸੀ, ਜਦੋਂ ਕਾਂਗਰਸ ਦਾ ਰਾਜ ਸੀ ਤਾਂ ਉਦੋਂ ਤੁਸੀਂ ਕਾਂਗਰਸ ਨਾਲ ਸੀ, ਹੁਣ ਬੀਜੇਪੀ ਦਾ ਰਾਜ ਹੈ, ਹੁਣ ਤੁਸੀਂ ਬੀਜੇਪੀ ਨਾਲ। ਸੋ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਮੈਨੂੰ ਲੱਗਦਾ ਆਪਣਾ ਸਕ੍ਰਿਪਟ ਤੇ ਕੰਮ ਕੀਤਾ, ਔਰ ਵਾਕਈ ਜਿਹੜਾ ਕਰਾਰਾ ਜਵਾਬ ਜਿਹੜਾ ਉਹ ਉਹਨਾਂ ਨੂੰ ਦਿੱਤਾ। ਤੇ ਹੁਣ ਦੇਖਦੇ ਆ ਕਿ ਹੁਣ ਮਨਪ੍ਰੀਤ ਬਾਦਲ ਵੱਲੋਂ ਕੀ ਜਵਾਬ ਆਉਂਦਾ, ਕਿਉਂਕਿ ਉੱਥੇ ਤਾਂ ਸਵਾਲ ਜਵਾਬ ਦੀਆਂ ਹੀ ਖਬਰਾਂ ਨੇ ਜੀ। ਹਾਂ ਬਿਲਕੁਲ, ਉਹਦੇ ਤਾਂ ਉਹੀ ਸਿਆਸਤ। ਪਰ ਜਿਹੜਾ ਇਹ ਮਾਮਲਾ ਹੈ ਨਾ, ਜਿਹੜਾ ਉਹ 2 ਪਲਾਟਾਂ ਦਾ ਮਾਮਲਾ ਹੈ ਸ਼ਬੀਰ ਜੀ, ਇਹ ਬਹੁਤ ਸੀਰੀਅਸ ਮਾਮਲਾ। ਹੁਣ ਵਿਜੀਲੈਂਸ ਡਿਪਾਰਟਮੈਂਟ ਨੇ ਬਹੁਤ ਕੁਝ ਕੱਢ ਲਿਆ ਜੀ। ਇਸ ਪਲਾਟ ਦੇ ਉੱਤੇ 3 ਜਾਣਿਆਂ ਨੇ ਬਿਡ ਕਰੀ ਆ। 3 ਜਾਣਿਆਂ ਨੇ ਬਿਡ ਕਰੀ ਆ, ਉਹਨਾਂ ਚੋਂ ਇੱਕ ਮਨਪ੍ਰੀਤ ਬਾਦਲ ਹੈ ਤੇ 2 ਹੋਰ ਆ। ਜਿਹੜੇ ਉਹ 2 ਹੋਰ ਆ ਉਹ ਵੀ ਮਨਪ੍ਰੀਤ ਬਾਦਲ ਦੇ ਜਾਣ ਪਛਾਣ ਵਾਲੇ ਆ। ਬਿਲਕੁਲ। ਜਿਹੜੀ ਸਭ ਤੋਂ ਵੱਡੀ ਇਹਦੇ ਚ ਗੱਲ ਹੈ ਉਹ ਇਹ ਹੈ ਵੀ ਜਦੋਂ ਇਹ ਪਲਾਟ ਐਡਵਰਟਾਈਜ਼ ਕਰਿਆ ਗਿਆ, ਇਸ ਪਲਾਟ ਦਾ ਕੋਈ ਐਡਰੈਸ ਨਹੀਂ ਦਿੱਤਾ ਗਿਆ। ਹੁਣ ਉਹ ਜਿਹੜੇ 2 ਆ ਜਿਨ੍ਹਾਂ ਨੇ ਬਿਡ ਕਰੀ ਆ ਨਾਲ, ਉਹਨਾਂ ਦਾ ਜਿਹੜਾ ਆਈਪੀ ਐਡਰੈਸ ਆ, ਆਨਲਾਈਨ ਤੋਂ ਜਦੋਂ ਤੁਸੀਂ ਬਿਡ ਕਰਦੇ ਆ ਨਾ, ਉਹਦਾ ਆਈਪੀ ਐਡਰੈਸ ਆਉਂਦਾ, ਉਹ ਤੁਸੀਂ ਟਰੈਕ ਕਰ ਸਕਦੇ, ਉਹ ਸੇਮ ਹੈ। ਹਾਂਜੀ, ਉਹ ਸੇਮ ਹੈ। ਹਾਂਜੀ। ਹੁਣ ਦੇਖੋ, ਜਦੋਂ ਇੱਥੋਂ ਤੱਕ ਲੱਭ ਲਿਆ, ਯਾਨੀ ਇੱਕੋ ਕੰਪਿਊਟਰ ਤੋਂ ਬਿਡ ਕੀਤੀਆਂ ਗਈਆਂ। ਹਾਂਜੀ, ਬਿਡ ਕਰੀਆਂ ਗਈਆਂ ਜੀ। ਤੇ ਉਹ ਪਲਾਟ ਦਾ ਜਿਹੜਾ ਐਡਰੈਸ ਨਹੀਂ ਦਿੱਤਾ ਗਿਆ। ਨੰਬਰ 2 ਜੀ, ਜਦੋਂ ਹੋ ਗਿਆ ਸਾਰਾ ਕੁਝ ਹੋ ਗਿਆ, ਜਿਹੜੀ ਰਜਿਸਟਰੀ ਹੋਈ ਆ ਜੀ, ਉਹ ਉਦੋਂ ਵੀ ਘੱਟ ਪੈਸਿਆਂ ਤੇ ਹੋਈ ਹੈ ਜੀ। ਵੀ ਉਹ ਜੇ ਤੁਸੀਂ ਦੇਖੋ, ਜਦੋਂ ਤੁਸੀਂ ਰਜਿਸਟਰੀ ਕਰਦੇ ਆ ਉਹਦੇ ਤੇ ਟੈਕਸ ਲੱਗਦਾ ਜੀ। ਸੋ ਕੀ ਉਹ ਜਿਹੜੀ ਰਜਿਸਟਰੀ ਕਰੀ ਆ ਉਹ ਟੈਕਸ ਬਚਾਉਣ ਨੂੰ ਕਰੀ ਆ ਜਾਂ ਕਾਹਤੋਂ ਕੀ ਕਰਿਆ ਉਹ ਕਲੀਅਰ ਹੋਣਗਾ ਸਾਰਾ ਕੁਝ। ਹਲੇ ਇਹ ਜਿਹੜਾ ਨਾ ਇਨੀਸ਼ੀਅਲ ਜਿਹੜੀਆਂ ਸ਼ੁਰੂਆਤ ਦੀਆਂ ਸਟੇਜਸ ਆ ਜੀ, ਹੌਲੀ ਹੌਲੀ ਸਾਰਾ ਨਿਕਲੂਗਾ। ਤੇ ਇਹਦੇ ਵਿੱਚ ਲੱਗਦਾ ਵੀ ਕੱਲਾ ਇਹ ਪਲਾਟ ਨਹੀਂ, ਸ਼ਾਇਦ ਕੁਝ ਹੋਰ ਵੀ ਬਹੁਤ ਕੁਝ ਹੋਊਗਾ ਜੇ ਆਈਪੀ ਐਡਰੈਸ ਤੱਕ ਪਹੁੰਚ ਗਏ ਨੇ, ਯਾਨੀ ਕਿ ਉਹਨਾਂ ਦੇ ਵੈਬ ਤੱਕ ਤਾਂ ਇਹ ਪਹੁੰਚ ਗਏ ਨੇ ਜੀ। ਇਹਨਾਂ ਦਾ ਇੰਨਾ ਇੰਟੈਲੀਜੈਂਸ ਜਿਹੜੀ ਹੈ ਹੈਗੀ ਆ। ਸੋ ਇਹਨਾਂ ਕੋਲ ਹੋ ਸਕਦਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋਣ, ਜਿਵੇਂ ਤੁਸੀਂ ਕਿਹਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਨਾਲ ਪਲਾਟ ਦੇ ਨਾਲ ਹੋਰ ਕਿਹੜੀਆਂ ਹਵੇਲੀਆਂ ਨਿਕਲਦੀਆਂ ਨੇ, ਬਿਲਕੁਲ, ਜਾਂ ਹੋਰ ਕਿਹੜੀਆਂ ਚੀਜ਼ਾਂ ਨਿਕਲਦੀਆਂ ਨੇ, ਉਹ ਸਾਨੂੰ ਪਤਾ ਲੱਗਦਾ। ਉਹ ਮਾਨ ਸਾਹਿਬ ਕਹਿੰਦੇ ਆ ਵੀ ਮੈਨੂੰ ਪਤਾ ਤੁਸੀਂ ਚਾਹ ਨਹੀਂ ਪਿਆਉਂਦੇ ਕਿਸੇ ਨੂੰ ਖਜ਼ਾਨੇ ਦੇ ਪੈਸੇ ਬਚਾਉਣ ਵਾਸਤੇ। ਉਹ ਕਹਿੰਦੇ ਵੀ ਮੈਨੂੰ ਪਤਾ ਤੁਸੀਂ ਡਰਾਈਵਰ ਨਹੀਂ ਰੱਖਦੇ, ਆਪ ਡਰਾਈਵ ਕਰਦੇ ਆ। ਉਹ ਕਹਿੰਦੇ ਮੈਨੂੰ ਪਤਾ ਤੁਸੀਂ ਨਾਲ ਗਨਮੈਨ ਨਹੀਂ ਰੱਖਦੇ ਜੀ, ਇਕੱਲੇ ਜਾਂਦੇ ਆ ਜਿੱਥੇ ਜਾਂਦੇ ਆ। ਪਰ ਉਹ ਗਨਮੈਨ ਆ ਜਿਹੜੇ 35 ਤੋਂ 40, ਉਹ ਘਰੇ ਕੰਮ ਕਰਦੇ ਆ ਜੀ। ਉਹ ਵੀ ਸਾਰੇ ਕੰਮ ਕਰਦੇ ਨੇ ਨਾ, ਚਾਹ ਚੋ ਹੀ ਪਿਲਾਉਂਦੇ ਹੋਣੇ। ਹਾਂ ਬਿਲਕੁਲ। ਵੈਸੇ ਨਾ ਇੱਕ ਗੱਲ ਹੈ ਕਿ ਪਿਛਲੀ ਸਰਕਾਰ ਦੇ ਵਿੱਚ ਜਾਂ ਕਈਆਂ ਸਰਕਾਰਾਂ ਦੇ ਵਿੱਚ ਵੈਸੇ ਮਨਪ੍ਰੀਤ ਬਾਦਲ ਸਾਹਿਬ ਦਾ ਨਾਮ ਬੜਾ ਲਿਆ ਜਾਂਦਾ ਸੀ ਕਿ ਇਹ ਬੰਦਾ ਸ਼ਾਇਦ ਠੀਕ ਹੈ, ਇਹ ਬੰਦਾ ਦੂਜਿਆਂ ਨਾਲੋਂ ਅੱਡ ਹੈ। ਤੇ ਹੁਣ ਉਹਨਾਂ ਦੇ ਉੱਪਰ ਵੀ ਜਿਹੜੀ ਹੁਣ ਵਿਜੀਲੈਂਸ ਦੀ ਉਹ ਜਿਹੜੀ ਤਲਵਾਰ ਲਟਕ ਗਈ ਆ। ਸੋ ਇਹ ਨਹੀਂ ਪਤਾ ਕਿ ਇਸ ਦੇ ਵਿੱਚ ਕਿਹੜਾ ਜਿਹੜਾ ਮਾਮਲਾ ਉਹ ਨਿਕਲਿਆ। ਜਿਹੜਾ ਬੋਲਣ ਦਾ ਲਹਿਜਾ ਹੈ ਨਾ ਮਨਪ੍ਰੀਤ ਬਾਦਲ ਦਾ, ਉਹ ਵੀ ਬਹੁਤ ਵਧੀਆ ਜੀ। ਹਾਂਜੀ, ਰਾਈਟ। ਜੇ ਆਪਾਂ ਸੁਖਬੀਰ ਬਾਦਲ ਨਾਲ ਉਹਨੂੰ ਕੰਪੇਅਰ ਕਰੀਏ, ਬਹੁਤ ਡਿਫਰੈਂਟ ਹੈ। ਹਾਂਜੀ ਰਾਈਟ। ਉਹ ਜਿਵੇਂ ਆ ਨਾ, ਇੱਕ ਬੰਦੇ ਦੇ ਮੂੰਹ ਤੋਂ ਜਾਂ ਚਿਹਰੇ ਤੋਂ ਲੱਗਦਾ ਹੁੰਦਾ ਵੀ ਇਹ ਕਿਹੋ ਜਿਹਾ ਬੰਦਾ ਹੋਊਗਾ, ਇਹ ਬੰਦਾ ਠੀਕ ਲੱਗਦਾ। ਹਾਂ, ਇਹ ਠੀਕ ਲੱਗਦਾ। ਤੇ ਮਨਪ੍ਰੀਤ ਬਾਦਲ ਹੈਗਾ। ਪਰ ਉਧਰ ਮਾਨ ਸਾਹਿਬ ਕਹਿੰਦੇ ਆ ਵੀ ਮੈਨੂੰ ਇੱਕ ਤੁਹਾਡੇ ਕਿੰਨੂਆਂ ਦਾ ਪਤਾ ਹੈ ਜੀ। ਹਾਂ ਜੀ, ਉਹੀ ਗੱਲ ਹੈ ਨਾ ਜੀ। ਸੋ ਇਸ ਮਾਮਲੇ ਚੋਂ ਕਿਹੜੇ ਮਾਮਲੇ ਬਾਹਰ ਨਿਕਲਦੇ ਨੇ ਉਹ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੱਸਾਂਗੇ ਭਾਜੀ। ਮੈਨੂੰ ਲੱਗਦਾ ਸਮਾਂ ਜਿਹੜਾ ਹੈ ਉਹ ਹੋਰ ਖਬਰਾਂ ਜਿਹੜੀਆਂ ਡਿਸਕਸ ਕਰਨ ਨੂੰ ਨਹੀਂ ਦੇ ਰਿਹਾ, ਪਰ ਕੱਲ ਨੂੰ ਅਸੀਂ ਜ਼ਰੂਰ ਜਿਹੜੀ ਝਾਤ ਪਾਵਾਂਗੇ। ਕੁਝ ਇੰਟਰਸਟਿੰਗ ਖਬਰਾਂ ਹੋਰ ਵੀ ਨੇ, ਪਰ ਕੱਲ ਸਵੇਰੇ ਲਾਵਾਂਗੇ ਜੀ ਖਬਰਾਂ ਤੜਕਾ। ਥੋੜਾ ਜਿਹਾ ਹੋਰ ਇਸ ਦੇ ਵਿੱਚ ਡਿਸਕਸ਼ਨ ਜਿਹੜਾ ਪਾਰਟ ਹੈ ਉਹ ਤੁਹਾਡੇ ਨਾਲ ਲੈ ਕੇ ਆਵਾਂਗੇ। ਅੱਜ ਲਈ ਬਹੁਤ ਬਹੁਤ ਸ਼ੁਕਰੀਆ। ਫਲਾਈਟ ਜਾ ਰਹੀ ਹੈ, ਵਾਪਸ ਚੱਲੀ ਜਾ ਰਹੀ ਹੈ, ਪਰ ਤੁਹਾਡੀ ਬਹੁਤ ਜਿਹੜੀ ਡਾਇਰੀ ਦੇ ਵਿੱਚੋਂ ਨਾ ਇਹ ਹੱਥ ਮੈਨੂੰ ਬਾਹਰ ਆ ਰਿਹਾ ਕਿ ਮੈਨੂੰ ਪੜ੍ਹ ਲਓ। ਸੋ ਤੁਸੀਂ ਡਾਇਰੀ ਹੁਣ ਜਿਵੇਂ ਕਹਿੰਦੇ ਆ ਨਾ ਵੀ ਥੋੜਾ ਜਿਹਾ
ਟੱਪਣ ਲੱਗ ਗਏ। ਟੱਪਣ ਲੱਗ ਗਏ ਜੀ, ਇਹ ਪੰਨਾ ਆਪ ਹੀ ਐ ਜਿਹਾ ਹੋ ਜਾਂਦਾ, ਪੱਖਾ ਵੀ ਨਹੀਂ ਚੱਲ ਰਿਹਾ ਕਿਤੇ, ਪਰ ਉਹ ਆਪ ਹੀ ਕਹਿੰਦਾ ਮੈਨੂੰ ਪੜ੍ਹ ਲਓ। ਅੱਛਾ, ਇਰਸ਼ਾਦ ਭਾਜੀ, ਇਰਸ਼ਾਦ। ਡਾਇਰੀ ਕਹਿੰਦੀ ਆ ਜੀ ਡਰ ਲੱਗਦਾ ਹੈ ਟੁੱਟਣ ਤੋਂ। ਆਏ ਹਾਏ, ਡਾਇਰੀ ਕਹਿੰਦੀ ਆ, ਮੈਂ ਨਹੀਂ ਕਹਿੰਦਾ। ਕੋਈ ਗੱਲ ਨਹੀਂ, ਡਾਇਰੀ ਕਹਿੰਦੀ ਆ ਹਾਂਜੀ ਡਰ ਲੱਗਦਾ ਟੁੱਟਣ ਤੋਂ, ਹਾਂ, ਹੰਝੂਆਂ ਦੇ ਅੱਖੀਆਂ ਚੋਂ ਫੁੱਟਣ ਤੋਂ। ਆਏ ਹਾਏ, ਹੰਝੂਆਂ ਦੇ ਅੱਖੀਆਂ ਚੋਂ ਫੁੱਟਣ ਤੋਂ, ਤੇਰਾ ਰੱਬ ਜਿਹਾ ਸਾਥ ਛੁੱਟਣ ਤੋਂ। ਓਏ ਹੋਏ 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 ਹੋਏ, ਕੀ ਬਾਤ ਹੈ, ਕੀ ਬਾਤ ਹੈ। ਬਿਲਕੁਲ ਸਾਥ ਨਹੀਂ ਛੱਡਦੇ ਜੀ, ਅਸੀਂ ਵੀ, ਆਡੀਅנס ਵੀ, ਔਰ ਉਹ ਵੀ ਸੋ ਕੈਮਰੇ ਦੀ ਗੱਲ ਕਰਦੇ, ਕੈਮਰੇ ਦੀ ਗੱਲ ਕਰ ਰਹੇ ਸੀ, ਕੈਮਰੇ ਦੇ ਪਿੱਛੇ ਜਿਹੜਾ ਕੈਮਰਾਮੈਨ ਖੜਾ ਉਹਦੀ ਗੱਲ ਕਰ ਰਹੇ ਹਾਂ। ਸੋ ਬਹੁਤ ਬਹੁਤ ਧੰਨਵਾਦ ਭਾਜੀ, ਅੱਜ ਵੀ ਜਿਹੜੀ ਫਲਾਈਟ ਹੈ ਬਿਲਕੁਲ ਸੇਫ ਐਂਡ ਸਾਊਂਡ ਅਸੀਂ ਵਾਪਸ ਕੈਲਗਰੀ ਲਿਆਂਦੀ ਆ। ਸੋ ਕੱਲ ਸਵੇਰੇ ਫੇਰ ਤੋਂ ਉਡਾਨ ਭਰਾਂਗੇ ਬ੍ਰਾਈਟਵੇਜ਼ ਪ੍ਰੋਗਰਾਮ ਦੀ, ਔਰ ਖਬਰਾਂ ਤੇ ਸਾਂਝ ਪਾਵਾਂਗੇ, ਡਿਸਕਸ਼ਨ ਕਰਾਂਗੇ। ਭਾਜੀ ਅੱਜ ਲਈ ਬਹੁਤ ਬਹੁਤ ਧੰਨਵਾਦ ਸ਼ਬੀ ਜੀ, ਧੰਨਵਾਦ ਜੀ। ਔਰ ਧੰਨਵਾਦ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਤੁਸੀਂ ਜਾਣਦੇ ਹੋ, ਸਾਨੂੰ ਕਮੈਂਟ ਕਰ ਸਕਦੇ ਹੋ, WhatsApp ਕਰ ਸਕਦੇ ਹੋ, ਫੋਨ ਕਰ ਸਕਦੇ ਹੋ, ਵੈਬ ਤੋਂ ਕਿਸੇ ਵੀ ਪਾਸੋਂ, ਮੈਸੇਂਜਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਕਿਸੇ ਵੀ ਪਾਸੋਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਇਸ਼ਤਿਹਾਰ ਦੇਣਾ ਹੈ ਇਸ ਪ੍ਰੋਗਰਾਮ ਦੇ ਵਿੱਚ, ਸਪਾਂਸਰਸ਼ਿਪਸ ਦੇਣੀਆਂ ਹੈ, ਜਾਂ ਸਾਡੇ ਹੋਰ ਪ੍ਰੋਗਰਾਮ ਤੁਸੀਂ ਸਪਾਂਸਰ ਕਰਨੇ ਨੇ, ਜਾਂ ਫਿਰ ਤੁਸੀਂ ਇਹਦੇ ਸਾਡੇ ਚੈਨਲ ਦੇ ਉੱਪਰ ਇਸ਼ਤਿਹਾਰ ਦੇਣਾ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਅਸੀਂ ਜ਼ਰੂਰ ਤੁਹਾਡੀ ਜਿਹੜੀ ਬਿਜ਼ਨਸ ਦੀ ਜਿਹੜੀ ਰੀਚ ਹੈ ਉਹ ਅਸੀਂ ਲੱਖਾਂ ਲੋਕਾਂ ਤੱਕ ਪਹੁੰਚਾਵਾਂਗੇ, ਤਾਂ ਜੋ ਤੁਹਾਨੂੰ ਵੀ ਫਾਇਦਾ ਹੋ ਸਕੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਸਵੇਰੇ ਹੋਏਗੀ 8 ਵਜੇ ਫਿਰ ਮੁਲਾਕਾਤ ਬ੍ਰਾਈਟਵੇਜ਼ ਪ੍ਰੋਗਰਾਮ ਦੇ ਵਿੱਚ। ਇਹਦਾ ਹੀ ਪਿਆਰ ਦਿੰਦੇ ਰਹੋ, ਸਵਸਥ ਰਹੋ, ਮਸਤ ਰਹੋ, ਔਰ ਦੇਖਦੇ ਰਹੋ BTV। ਆਲਵੇਜ਼ ਬੀ ਪੋਜ਼ਿਟਿਵ, ਬੀ yourself।